हाँ जी दोस्तों, जिमें कि आपको पता कि अपना जो नैब तहसीलदार का पेपर होया सी 18 जून 2023 में ਉਹਦਾ ਜਿਹੜਾ ਲੈਵਲ ਸੀ ਜਿਵੇਂ ਉਹਦੇ 'ਚ ਆਪਾਂ ਨੂੰ ਜੀਕੇ ਦੇ ਕੁਐਸਚਨ ਆਏ ਸੀ। ਜਿਹੜੇ ਜੀਕੇ ਦੇ ਕੁਐਸਚਨ ਸੀ ਆਪਾਂ ਨੂੰ 80 ਕੁਐਸਚਨ ਆਪਾਂ ਨੂੰ ਜੀਕੇ ਦੇ ਦੇਖਣ ਨੂੰ ਮਿਲੇ ਸੀ। ਠੀਕ ਹੈ, ਜਿਹਦੇ ਵਿੱਚ ਪੰਜਾਬ ਜੀਕੇ, ਪੋਲਿਟੀ, ਹਿਸਟਰੀ ਸਾਰਾ ਪਾਰਟ ਆਇਆ ਸੀ। ਉਸ ਤੋਂ ਇਲਾਵਾ ਆਪਣੇ ਕੋਲੇ 40 ਕੁਐਸਚਨ 40 ਕੁਐਸਚਨ ਸੀ, ਜਿਹਦੇ ਵਿੱਚ ਆਪਾਂ ਨੂੰ ਰੀਜਨਿੰਗ ਤੇ ਮੈਥ ਸੀ। ਰੀਜਨਿੰਗ ਤੇ ਮੈਥ ਦੇ ਕੁਐਸਚਨ ਸੀ। ਅੱਜ ਆਪਾਂ ਇਹਦੇ ਵਿੱਚ ਕੀ ਕਰਾਂਗੇ, ਸੈਸ਼ਨ ਦੇ ਵਿੱਚ ਆਪਾਂ ਜਿਹੜੇ ਮੈਥ ਦੇ ਕੁਐਸਚਨ ਆ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਉਹ ਕੁਐਸਚਨ ਨੂੰ ਆਪਾਂ ਡਿਸਕਸ ਕਰਕੇ ਦੇਖਾਂਗੇ ਜਿਹੜਾ ਆਪਣਾ ਮੈਥ ਦਾ ਲੈਵਲ ਸੀ, ਜਿਹੜਾ ਆਪਣਾ ਨੈਬ ਤਹਿਸੀਲਦਾਰ ਦਾ ਪੇਪਰ ਸੀ, ਉਹਦੇ ਵਿੱਚ ਮੈਥ ਦੇ ਜਿਹੜੇ ਕੁਐਸਚਨ ਸੀ ਕਿਸ ਲੈਵਲ ਦੇ ਆਏ ਸੀ। ਉਹਨਾਂ ਨੂੰ ਫਿਰ ਆਪਾਂ ਅੱਗੇ 3 ਕੈਟਾਗਰੀ ਦੇ ਵਿੱਚ ਵੰਡਾਂਗੇ ਕਿ ਜਿਹੜੇ ਈਜੀ ਕੁਐਸਚਨ ਸੀ ਵੀ ਜਿਹੜੇ ਸਾਰੇ ਹੀ ਸਟੂਡੈਂਟ ਜਿਹੜੇ ਸੋਲਵ ਕਰ ਲੈਣਗੇ। ਉਸ ਤੋਂ ਬਾਅਦ ਮੋਡਰੇਟ ਕੁਐਸਚਨ ਸੀ, ਫਿਰ ਆਪਾਂ ਟਫ ਲੈਵਲ ਦੇ ਕੁਐਸਚਨ ਦੇਖਾਂਗੇ ਕਿ ਉਹਦੇ ਵਿੱਚ ਆਪਾਂ ਨੂੰ ਕਿੰਨੇ ਕੁਐਸਚਨ ਟਫ ਲੈਵਲ ਦੇ ਬਣੇ ਸੀ, ਤਾਂ ਕਿ ਆਪਾਂ ਇੱਕ ਕੱਟ ਆਫ ਮਤਲਬ ਆਪਾਂ ਇੱਕੋ ਸਕੋਰ ਤੇ ਪਹੁੰਚੀਏ ਕਿ ਜੇਕਰ ਬੱਚੇ ਨੇ ਮੈਥ ਦੇ ਵਿੱਚੋਂ ਇੰਨੇ ਸਕੋਰ ਕੀਤੇ ਨੇ, ਇੰਨੇ ਕੁਐਸਚਨ ਸਹੀ ਕੀਤੇ ਨੇ, ਤਾਂ ਉਹਦੇ ਜਿਹੜੇ ਕੁਐਸਚਨ ਨੇ ਬਿਲਕੁਲ ਸਹੀ ਨੇ। ਆਪਾਂ ਇੱਕ ਸਕੋਰ ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਆਪਾਂ ਅੱਜ ਜਿਹੜਾ ਨੈਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ ਆਪਣੇ ਕੋਲ 18 ਜੂਨ ਨੂੰ, ਉਹਦੇ ਆਪਾਂ ਮੈਥ ਦੇ ਜਿਹੜੇ ਕੁਐਸਚਨ ਉਹ ਡਿਸਕਸ ਕਰਾਂਗੇ। ਆਪਾਂ ਚਲੋ ਸਟਾਰਟ ਕਰਦੇ ਹਾਂ। ਆਪਣੇ ਕੋਲ ਸਭ ਤੋਂ ਪਹਿਲਾਂ ਕੁਐਸਚਨ ਦੇਖੋ ਜੀ। ਫਸਟ ਕੁਐਸਚਨ ਆਇਆ ਸੀ ਆਪਣੇ ਕੋਲ ਕਿ ਕੰਪਨੀ ਕੀ ਕਰਦੀ ਆ, ਰੋਜ਼ ਵੁੱਡ ਦੀ ਇੱਕ ਲੱਕੜ ਯੂਜ਼ ਕਰਦੀ ਆ, ਉਹਦੇ ਨਾਲ ਕੀ ਕਰਦੀ ਆ, ਇੱਕ ਚੇਅਰ ਬਣਾਉਂਦੀ ਆ। ਠੀਕ ਹੈ ਜੀ, ਜਦੋਂ ਵੀ ਉਹ ਚੇਅਰ ਬਣਾਉਂਦੀ ਆ ਤਾਂ ਉਹਦੇ ਵਿੱਚ ਦੇਖੋ ਆਪਾਂ ਅਗਰ ਕੋਈ ਚੀਜ਼ ਬਣਾ ਰਹੇ ਹਾਂ ਤਾਂ ਕਿਸੇ ਵੁੱਡਨ ਲੱਕੜ ਤੋਂ ਉਹਦੇ ਵਿੱਚ ਕੁਝ ਪ੍ਰੋਸੈਸ ਹੁੰਦੀਆਂ ਨੇ, ਜਿਵੇਂ ਮੇਕਿੰਗ, ਜਦੋਂ ਚੇਅਰ ਬਣਾਵਾਂਗੇ ਤਾਂ ਉਹਨੂੰ ਕੱਟਾਂਗੇ ਆਪਾਂ, ਫਿਰ ਫਿਨਿਸ਼ਿੰਗ ਕਰਾਂਗੇ, ਸਾਫ਼ ਕਰਾਂਗੇ, ਪੋਲਿਸ਼ ਕਰਾਂਗੇ। ਇਸ ਪ੍ਰੋਸੈਸ ਦੇ ਨਾਲ ਕੀ ਹੁੰਦਾ, ਕੁਝ ਚੀਜ਼ਾਂ ਦੀ ਵੇਸਟਿੰਗ ਹੁੰਦੀ ਹੈ, ਕੁਝ ਚੀਜ਼ਾਂ ਦੀ ਐਡਿੰਗ ਹੁੰਦੀ ਆ। ਹੁਣ ਆਪਾਂ ਜਿਹੜੇ ਕੋਲ ਲੱਕੜ ਸੀ ਆਪਣੇ ਕੋਲ ਪੂਰੀ ਵੁੱਡਨ ਸੀ, ਉਹ ਕਿੰਨੀ ਸੀ, 100% ਸੀ। ਉਸ ਤੋਂ ਬਾਅਦ ਕੀ ਹੋਇਆ, ਕਹਿ ਰਹੇ ਨੇ ਕਿ ਜਦੋਂ ਆਪਾਂ ਨੂੰ ਕੱਟਿਆ ਆਪਣਾ 10% ਵੇਸਟਿੰਗ ਹੋਈ। ਜਿਹੜੀ ਆਪਣੀ ਵੁੱਡਨ ਸੀ ਉਹ ਕਿੰਨੀ ਵੇਸਟ ਹੋਈ ਆ, 10% ਵੁੱਡਨ ਵੇਸਟ ਹੋਈ ਆ। ਆਪਾਂ ਕਹਿ ਸਕਦੇ ਹਾਂ 100% ਸੀ, ਉਹਦੇ ਚੋਂ 10% ਕੀ ਹੋਗੀ, ਵੇਸਟਿੰਗ ਹੋਗੀ। ਜੇਕਰ 10% ਵੇਸਟਿੰਗ ਹੋਈ ਤਾਂ ਕਿੰਨੀ ਰਹੇਗੀ, 90% ਰਹੇਗੀ। 90% ਤੋਂ ਬਾਅਦ ਕੀ ਕਹੇਗਾ, ਫਿਨਿਸ਼ਿੰਗ ਕੀਤੀ ਹੈ, ਜਦੋਂ ਆਪਾਂ ਫਿਨਿਸ਼ਿੰਗ ਕਰਨਾ ਸਟਾਰਟ ਕੀਤਾ ਤਾਂ ਆਪਣੇ ਕੋਲ 5% ਵੇਸਟਿੰਗ ਹੋਗੀ। ਹੁਣ 5% ਵੇਸਟਿੰਗ ਕਿਹਦੀ ਹੋਊਗੀ, ਜਿਹੜੀ 90% ਰਹਿ ਗਈ ਸੀ। ਅਗਰ ਆਪਾਂ 90% ਦਾ 5% ਦੇਖੀਏ ਤਾਂ 5% ਆਪਣੇ ਕੋਲ ਕਿੰਨਾ ਹੋਊਗਾ, 4.5 ਹੋਊਗਾ। ਕਿਉਂਕਿ ਆਪਾਂ 90 ਦਾ 5% ਦੇਖਦੇ ਹਾਂ, 10% ਕਿੰਨਾ ਹੋਊਗਾ, 9, ਤੇ 5% ਕਿੰਨਾ ਹੋਊਗਾ, 4.5। ਆਪਣੇ ਕੋਲ ਅਗਰ 4.5 ਚ ਮਾਈਨਸ ਕਰੀਏ ਤਾਂ ਕਿੰਨਾ ਆ ਗਿਆ, ਆਪਣੇ ਕੋਲ 80.5 ਆ ਗਿਆ। 80.5 ਆ ਗਿਆ %। ਉਸ ਤੋਂ ਬਾਅਦ ਕੀ ਕਹਿੰਦੇ ਆ ਕਿ ਜਦੋਂ ਆਪਾਂ ਵੁੱਡਨ ਨੂੰ 1% ਇਨਕਰੀਜ਼ ਹੋ ਗਿਆ weight, 1% ਇਨਕਰੀਜ਼ ਕਿਦੋਂ ਹੋ ਗਿਆ, ਜੀ ਆਪਾਂ ਨੇਲ ਹੋ ਗਈਆਂ, ਮੇਖਾਂ ਗੱਡੀਆਂ ਨੇ, ਉਹਦੇ ਨਾਲ ਕੀ ਹੋ ਗਿਆ, 1% ਇਨਕਰੀਜ਼ ਹੋ ਗਿਆ। ਅਗਰ ਆਪਾਂ ਇਹਦਾ 85% 85.5 ਆ, ਇਹਦਾ 1% ਆਪਾਂ ਇਨਕਰੀਜ਼ ਕਰੀਏ, 1% ਦੇਖੀਏ ਆਪਣੇ ਕੋਲ 1% ਕਿੰਨਾ ਹੋਊਗਾ, ਤਾਂ ਆਪਾਂ ਗੱਲ ਕਰੀਏ 1% ਕੀ ਆਊਗਾ ਆਪਣੇ ਕੋਲ 0.85, ਨੀਅਰ ਅਬਾਊਟ 0.85 ਆਗਾ। 1% ਇਨਕਰੀਜ਼ ਕੀਤਾ ਤਾਂ ਆਪਾਂ ਇਹਦੇ ਨਾਲ 1% ਇਨਕਰੀਜ਼ ਕਰ ਦਿੰਦੇ ਹਾਂ। ਜਦੋਂ ਆਪਾਂ ਇਨਕਰੀਜ਼ ਕਰਾਂਗੇ ਤਾਂ ਕਿੰਨਾ ਆ ਗਿਆ, 0.13, ਤਾਂ ਆਪਣੇ ਕੋਲ ਕਿੰਨਾ ਆ ਗਿਆ, 86 ਆ ਗਿਆ। ਤਾਂ ਆਪਣੇ ਕੋਲ ਕਿੰਨਾ ਆ ਰਿਹਾ, 86.3 ਆ ਰਹੇਗਾ। ਉਸ ਤੋਂ ਅੱਗੇ ਆਪਾਂ ਨੂੰ ਕਿਹਾਗਾ ਕਿ ਪੋਲਿਸ਼ ਕੀਤਾ, ਆਪਾਂ ਜਿਹੜੀ ਉਹ ਵੁੱਡਨ ਸੀ ਉਹਨੂੰ ਪੋਲਿਸ਼ ਕੀਤਾ, ਪੋਲਿਸ਼ ਕਰਕੇ ਆਪਣੇ ਕੋਲ 2% ਕੀ ਆ, weight ਇਨਕਰੀਜ਼ ਹੋ ਗਿਆ। ਜੇ 2% ਆਪਾਂ ਦਾ ਨੀਅਰ ਅਬਾਊਟ ਦੇਖੀਏ ਤਾਂ ਆਪਣੇ ਕੋਲ 0.86 ਆਉਂਦਾ। ਉਹਦਾ 2% ਅਗਰ ਆਪਾਂ ਇਹਦੇ ਨਾਲ ਐਡ ਕਰਦੇ ਹਾਂ ਤਾਂ ਆਪਣੇ ਕੋਲ ਨੀਅਰ ਅਬਾਊਟ 88% ਬਣਦੀ ਹੈ। ਤਾਂ ਆਪਣੇ ਕੋਲ ਜਿਹੜੀ ਵੁੱਡਨ ਆ ਉਹ ਕਿੰਨੀ ਰਹੇਗੀ, 88% ਰਹੇਗੀ। ਉਹ ਜਿਹੜੀ 88% ਰਹੇਗੀ ਉਹ ਆਪਾਂ ਨੂੰ ਦੱਸੀ ਹੋਈ ਹੈ, ਕਿੰਨੀ ਦੱਸੀ ਹੋਈ ਹੈ ਆਪਣੇ ਕੋਲੇ, 558.5। ਆਪਾਂ ਨੀਅਰ ਅਬਾਊਟ ਲੈਣੇ, ਆਪਾਂ ਕਿੰਨੀ ਲੈ ਰਹੇ ਹਾਂ, 528.5। ਆਪਾਂ ਨੀਅਰ ਅਬਾਊਟ ਲੈ ਲਿਆ 528 ਪੁਆਇੰਟ। ਆਪਣਾ ਜਿਹੜਾ ਆਨਸਰ ਆਪਾਂ ਨੂੰ ਪੁੱਛ ਰਿਹਾ ਕਿ ਜਿਹੜੀ ਆਪਾਂ ਵੁੱਡਨ ਲੈਤੀ ਸੀ ਪ੍ਰੋਪਰ ਜਦੋਂ ਆਪਾਂ ਕੁਰਸੀ ਬਣਾਉਣਾ ਸਟਾਰਟ ਕੀਤਾ ਸੀ, ਯਾਨੀ ਕਿ ਜਿਹੜੀ ਆਪਣੀ 100% ਵੁੱਡਨ ਸੀ ਉਹ ਕਿੰਨੀ ਸੀ, ਉਹ ਵੀ ਆਪਾਂ ਨੂੰ ਕੀ ਆ, ਲਗਭਗ ਅਪਰੋਕਸੀਮੇਟਲੀ ਦੱਸਣਾਗਾ ਕਿ 600 ਆ, 596 ਆ, 612 ਗਾ ਤੇ 592 ਆ। ਆਪਾਂ ਕਹਿ ਸਕਦੇ ਕਿ ਜਿਹੜਾ ਆਪਣਾ 88% 88% ਆ ਉਹ ਕਿਹਦੇ ਬਰਾਬਰ ਆਪਣੇ ਕੋਲੇ, 528 ਦੇ ਬਰਾਬਰ ਹੈ। ਇੱਕ ਕਿਹਦੇ ਬਰਾਬਰ ਆਊਗਾ, ਆਪਾਂ ਕਹੇ 528/88। ਆਪਾਂ ਕਿੱਥੇ ਜਾਣਾ, 100% ਤੇ। ਜਦੋਂ ਆਪਣੀ ਵੁੱਡਨ ਰੀਜਨਲ ਆਪਾਂ ਸਟਾਰਟ ਕੀਤਾ ਉਹ ਕਿੰਨੀ ਸੀ, 100%। ਇਹਨੂੰ ਆਪਾਂ ਕੈਂਸਲ ਕਰਾਂਗੇ, 4 ਤੇ ਕੈਂਸਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ, 4 ਤੇ ਕੈਂਸਲ ਕੀਤਾ 22 ਆ ਗਿਆ। 4 ਤੇ ਕੈਂਸਲ ਕਰਾਂਗੇ 13, 2 ਆ ਗਿਆ। ਉਸ ਤੋਂ ਬਾਅਦ 2 ਤੇ ਕੈਂਸਲ ਕੀਤਾ 11 ਆ ਗਿਆ। ਇਹਨੂੰ 2 ਤੇ ਕੈਂਸਲ ਕੀਤਾ 66 ਆ ਗਿਆ। 2 ਤੇ ਕੈਂਸਲ ਕੀਤਾ ਤਾਂ 6 ਆ ਗਿਆ। 6 ਦੀ ਆਪਾਂ ਕਿਹਦੇ ਨਾਲ 100 ਦੇ ਨਾਲ ਮਲਟੀਪਲਾਈ ਕਰਨੇ ਆ ਤਾਂ ਆਪਣਾ ਜਿਹੜਾ ਆਨਸਰ ਆ ਉਹ ਲਗਭਗ ਕਿੰਨਾ ਆ ਰਹੇਗਾ, 600 ਕਿਲੋ। ਆਪਣਾ A ਵਾਲਾ ਕੀ ਆ ਰਿਹਾ, ਆਨਸਰ ਆ ਜਾਏਗਾ। ਇਹ ਆਪਣਾ ਜਿਹੜਾ ਸਮ ਸੀ ਉਹ ਬਿਲਕੁਲ ਮੋਡਰੇਟ ਲੈਵਲ ਦਾ ਸਮ ਸੀ, ਆਪਾਂ ਸੋਲਵ ਕਰ ਸਕਦੇ ਸੀ। ਉਸ ਤੋਂ ਬਾਅਦ ਆਪਾਂ ਅਗਲੇ ਸਮ ਦੀ ਗੱਲ ਕਰਦੇ ਹਾਂ।
अपने को क्वेश्चन नंबर सैकेंड सी ये की कह रहे अपने को बोर्डिंग स्कूल बोर्डिंग हाउस अपने को जो खर्चे ने पार्टली ने कुछ तो की करते हैं फिक्स खर्चे ने कुछ की करते हैं वेरी करते हैं हूँ अगे अपन कहते हैं जेकर 25 बॉर्डर होना अपने को जो 25 परसन ने उदो जो खर्चा पर हैड कि 70 किन्ने जाने ने जो 25 जाने ने उदो खर्चा कि पर हैड कि 70 या 70 आ रहेगा। उस तो बाद जो टोटल खर्चे की गल करिए दोवां की मल्टीप्लाई कर दी 25 7 175 नाल ला गई जी। जो अपने को किन्ने होंदे आ 50 ऑर्डर होंदे आ उदो खर्चा किन्ना होंदा अपना उदों दा पर हैड किन्ना होंदा 60 होंदा। जो अपने को किन्ने हो जांदे 50 उदो खर्चा किन्ना होंदा कि 60 पर हैड 60 होंदा। मल्टीप्लाई करते हैं आप किन्ना आ गया 3000 किन्ने का चेंज हो गया 25 ऑर्डर से हुण किन्ने हो गए अपने को 50 किन्ने का चेंज हो गया 25 का 25 के चेंज होने दे नाल किन्ने पैसों का फर्क पैंदा। अगर आपां डिफरेंस देखिए तो किन्ना आ गया अपने को 1250 का डिफरेंस कितों पैंदा गा जो 25 बॉर्डर चेंज होंदे आ। अपन पुछ लिया जेकर बॉर्डर किन्ने होण 100 होण ठीक है रहने वाले परसन 100 होण तो फिर किन्ना खर्चा होगा पर हैड तो 100 होण आपां किन्ने देख सकते 25 दे नाल किन्ने दा फर्क पैंदा गा 1250 का। ਇਹਦੇ ਵਿੱਚ ਕਿੰਨੇ ਹੋਰ ਚਾਹੀਦੇ ਜੀ 25 ਤਾਂ ਆਪਣੇ ਕੋਲ ਕਿੰਨੇ ਹੋ ਜਾਣਗੇ ਪੂਰੇ 25 ਚਾਹੀਦੇ ਕਿੰਨੇ 50 ਹੈਗੇ 50 ਹੋਰ ਜੁੜ ਜਾਣੇ ਕਿੰਨੇ ਹੋ ਜਾਏਗਾ 100 ਆਪਾਂ ਨੂੰ ਕਿੰਨੇ ਚਾਹੀਦੇ 100 ਕਿੰਨੇ ਦਾ ਫਰਕ ਪਊਗਾ 50 ਦਾ। ਜੇ 25 ਦੇ ਨਾਲ 1250 ਦਾ ਫਰਕ ਪੈਂਦਾ ਤਾਂ 50 ਦੇ ਨਾਲ ਕਿੰਨੇ ਦਾ ਫਰਕ ਪਊਗਾ ਕਿੰਨਾ ਪਊਗਾ ਆਪਣੇ ਕੋਲੇ 2500 ਰੁਪਏ ਦਾ। ਤਾਂ ਆਪਣਾ ਟੋਟਲ ਖਰਚਾ ਕਿੰਨਾ ਹੋਊਗਾ 3000 ਦੇ ਵਿੱਚ ਆਪਾਂ 2500 ਐਡ ਕਰ ਦਈਏ ਤਾਂ ਹੁਣ ਕਿੰਨਾ ਖਰਚਾ ਹੋਊਗਾ ਆਪਣੇ ਕੋਲੇ 5500 ਖਰਚਾ ਕਿੰਨਾ ਹੋਊਗਾ ਆਪਣੇ ਕੋਲੇ 5500 100 ਆਰਡਰਾਂ ਦਾ ਜਿਹੜਾ ਖਰਚਾ 5500 ਆ ਰਿਹਾ तो एक का कितना होगा अपने को 55 पर हैड कितना होगा अपने को 55 तो अपना सी वाला की होगा आंसर होगा। ये सम से अपना बिल्कुल सिंपल ही सी अपना सिंपल लैवल का ही सी अपने इस तरह कर सकते हैं। उस तो बाद आप अगे गल करते हैं ये भी देखो क्वेश्चन से थोड़ा जहा बस बनाया हुआ क्वेश्चन कि जो सुरेश आ वो डेली वेतन पर काम करता है मतलब डेली तनख्वाह लैन से वो काम करता है। पेड किन्ना गा उन्होंने किन्ने रुपए मिले ने 1700 रुपया मिलेगा। ड्राइंग जो उन्हें 30 दिन काम किया 30 दिनों का 1700 रुपया मिलेगा। ਉਹਦੇ ਵਿੱਚ ਕੀ ਸੀ ਡੂਰਿੰਗ ਦਿਸ ਟਾਈਮ ਪੀਰੀਅਡ ਇਸ ਸਮੇਂ ਉਹਨੇ ਕੀ ਕੀਤਾ ਸੀ ਹੀ ਵਾਜ ਐਬਸੈਂਟ ਫਾਰ 4 ਡੇ। ਦੇਖੋ ਟੋਟਲ ਕਿੰਨੇ ਦਿਨ ਹੁੰਦੇ ਆ 30 ਦਿਨ ਹੁੰਦੇ ਆ 30 ਦਿਨਾਂ ਦੇ ਵਿੱਚੋਂ 4 ਦਿਨ ਤਾਂ ਉਹ ਐਬਸੈਂਟ ਹੀ ਰਿਹਾਗਾ। 4 ਦਿਨ ਐਬਸੈਂਟ ਰਹਿਣ ਦੇ ਨਾਲ ਪਰ ਡੇ ਉਹਨੂੰ 15 ਰੁਪਏ ਫਾਈਨ ਲੱਗਿਆਗਾ। ਜੇ 4 ਦਿਨ ਸੀ ਡੇਲੀ 15 ਰੁਪਏ ਫਾਈਨ ਲੱਗਦਾਗਾ ਤਾਂ ਟੋਟਲ ਕਿੰਨਾ ਫਾਈਨ ਲੱਗੂਗਾ 60 ਰੁਪਏ 60 ਰੁਪਏ ਦਾ ਉਹਨੂੰ ਫਾਈਨ ਲੱਗੂਗਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੁਰੇਸ਼ ਵਾਜ ਪੇਡ ਦਾ ਫੁੱਲ ਸੈਲਰੀ ਓਨਲੀ 18 दिन 18 दिन ਦੀ ਇਹਨਾਂ ਨੇ ਕੀ ਕੀਤਾਗਾ ਫੁੱਲ ਸੈਲਰੀ ਪੇਡ ਮਿਲੀ ਉਹਨੂੰ 18 दिन ਤਾਂ ਸੈਲਰੀ ਪੇਡ ਜਿਹੜੀ ਮਿਲੀ ਆ ਫੁੱਲ ਮਿਲੀ ਆ। ਜੇ ਆਪਾਂ ਕਹੀਏ ਕਿ ਉਹਦੀ ਜਿਹੜੀ 1 दिन ਦੀ ਸੈਲਰੀ ਸੀ ਉਹ ਕੀ ਸੀ ਆਪਣੇ ਕੋਲ A ਸੀ ਤਾਂ 30 ਦਿਨਾਂ ਦੀ ਜਿਹੜੀ ਸੈਲਰੀ ਹੋਊਗੀ ਉਹ ਕਿੰਨੀ ਹੋਊਗੀ 30 A ਹੋਊਗੀ। 18 ਦਿਨਾਂ ਦੀ ਆਪਾਂ ਕਿਹਾ ਵੀ ਉਹਦੀ 1 दिन ਦੀ ਜਿਹੜੀ ਫੁੱਲ ਸੈਲਰੀ ਸੀ ਉਹ ਕਿੰਨੀ ਸੀ A ਸੀ ਤਾਂ ਆਪਾਂ ਕਹਾਂਗੇ ਜਿਹਨੂੰ 18 ਦਿਨ ਸੈਲਰੀ ਫੁੱਲ ਮਿਲੀ ਆ ਤਾਂ ਉਹ ਸੈਲਰੀ ਕਿੰਨੀ ਮਿਲੀ ਆ 18 A। ਉਸ ਤੋਂ ਬਾਅਦ ਕੀਤਾ ਪਲੱਸ टोटल किन्ने होंगे 30 दिन 4 दिन वो एबसेंट रहा तो 18 दिन की फुल सैलरी दी आ 18 ते 4 किन्ने दिन हो गए 22 दिन हो गए। उस तो बाद किन्ने दिन रह गए 8 दिन जेडे 8 दिन ने उन्होंने सैलरी किन्नी मिली 8 दिनों की उन्होंने लेट आएगा वो की आंदा लेट कम आंदा जो लेट आता तो उन्होंने सैलरी किन्नी मिलती है हाफ सैलरी मिलती है। जे हाफ सैलरी मिलती है लेट आने नाल तो जे सारे दिन च किन्नी मिलती है ए तो 8 दिनों च 8 ए मिलनी सी पर हाफ सैलरी किन्नी मिलूगी उन्होंने 4 ए मिलूगी 8 दिनों की किन्नी मिलूगी 4 ए मिलूगी। ये सैलरी होगी ये 60 रुपए वो माइनस हो गए क्योंकि उन्होंने फाइन पाया 4 दिन आया नहीं तो टोटल पैसे किन्ने मिले ने उन्होंने 1700। जो फुल दिन आता फुल दिन वो काम करना 30 दिन पूरे दिन वो काम करता तो टोटल उन्होंने किन्ने पैसे मिलने से अपने पूछ रहे हैं 18 ते 4 किन्ना हो गया 22 ए 60 उधरली साइड चला जाऊगा तो किन्ना आ गया अपने को 1760। इन्हों आप कैंसल करिए देखो ए की वैल्यू कटनी हो तो अपने को कितना 8 से कैंसल होगा तो कितना आ गया 80 ए की कीमत कितनी आ गई अपने को 80 आ गई तो उसकी जी सैलरी सी पर डे की फुल सैलरी वो कितनी सी 80 रुपए 30 दिन उन्हें काम करना सी डेली उन्हें 80 रुपए मिलने सी तो मल्टीप्लाई करिए तो 2400 रुपये मिलना सी जिन्हें फुल डे काम करना सी तो किन्ने रुपए मिलने सी 24 दिन 24 रुपए 2400 रुपया मिलना सी जो 30 दिन पूरे काम करता तो जो आंसर आऊगा वह ए वाला आंसर होगा जो अपना ये क्वेश्चन से भी अपने को एक ठीक लैवल का अपन सिंपल लैवल से देखा। उस तो बाद अपने को अगे क्वेश्चन से ये की कहते हैं अपने को रीप्रोडक्शन ऑफ ओल्ड फोटोग्राफी जो आप कोई फोटोग्राफर फोटो बना रहे जी ओल्ड नैगेटिव आ उन्होंने बनाने वास्ते उन्होंने कितना खर्चा लेंदा है 100 रुपए
ਤਾਂ ਕਿੰਨੇ ਲੈਂਦਾ 100 ਰੁਪਏ। ਜੇਕਰ ਉਹ ਪਹਿਲੇ 10 ਪੁਆਇੰਟ, ਦੇਖੋ ਪਹਿਲੇ 10 ਪੁਆਇੰਟ ਦਾ ਨੈਗੇਟਿਵ ਦਾ ਜਿਹੜਾ ਖਰਚਾ ਲੈਂਦਾਗਾ, ਪੈਸੇ ਕਿੰਨੀ ਕੀਮਤ ਲੈਂਦਾਗਾ 3/5x, ਕਿੰਨਾ ਲੈਂਦਾਗਾ 3/5x, ਕਿਹਦਾ ਲੈਂਦਾਗਾ ਪਹਿਲੇ 10 ਦਾ, ਹੁਣ ਆਪਾਂ 10 ਕਰਤੀ। ਉਸ ਤੋਂ ਬਾਅਦ ਜਿਹੜੇ ਅਗਲੇ 10 ਆਪਣੇ ਕੋਲੇ, ਅਗਲੇ 10 ਉਹਦਾ ਕਿੰਨਾ ਲੈਂਦਾਗਾ, ਉਹਦਾ x ਬਟਾ ਕਿੰਨਾ ਲੈਂਦਾ ਆਪਣੇ ਕੋਲ 1/5, 1/5x ਲੈਂਦਾ ਕਿਹਦਾ ਅਗਲੇ 10 ਦਾ। ਪਹਿਲੇ ਦੇਖੋ ਜਿਹੜਾ ਨੈਗੇਟਿਵ ਬਣਾਉਂਦਾ ਉਹਦਾ ਕੋਈ x ਰੁਪਈਸ ਲੈਂਦਾ ਉਹਦਾ ਖਰਚਾ। ਉਸ ਤੋਂ ਬਾਅਦ ਪਹਿਲੇ 10 ਪੁਆਇੰਟ ਦਾ ਕਿੰਨਾ ਲਊਗਾ 3/5x, ਉਸ ਤੋਂ ਬਾਅਦ ਅਗਲੇ 10 ਪੁਆਇੰਟ ਦਾ ਕਿੰਨਾ ਲਊਗਾ 1/5x, ਤੇ ਟੋਟਲ ਉਹਨੂੰ ਕਿੰਨੇ ਰੁਪਏ ਮਿਲਦੇ ਆ 45। ਤੁਹਾਨੂੰ ਆਪਾਂ ਨੂੰ x ਦੀ ਕੀਮਤ ਪੁੱਛ ਰਿਹਾ ਕਿ ਜਿਹੜੀ x ਦੀ ਕੀਮਤ ਵੈਲਿਊ ਕਿੰਨੀ ਆਊਗੀ। ਆਪਾਂ ਸੋਲਵ ਕਰੀਏ, ਦੇਖੋ x ਆ ਗਿਆ, ਇਹਨੂੰ ਕੈਨਸਲ ਕਰਾਂਗੇ 2 ਆ ਗਿਆ, 2 ਦੀ ਮਲਟੀਪਲਾਈ ਹੋਵੇ 6x ਹੋ ਗਿਆ। ਅੱਗੇ ਗੱਲ ਕਰੀਏ ਕੈਨਸਲ ਕਰਾਂਗੇ ਤਾਂ 2 ਆ ਗਿਆ, x ਦੀ ਗੁਣਾ ਕੀਤੀ ਤਾਂ ਕਿੰਨਾ ਆ ਗਿਆ 2x, 2x ਕਿਹਦੇ ਬਰਾਬਰ ਆ ਗਿਆ 45 ਦੇ ਬਰਾਬਰ। ਐਡ ਕਰਾਂਗੇ 2 8 9, 9x ਆ ਗਿਆ ਆਪਣੇ ਕੋਲ ਕਿਹਦੇ ਬਰਾਬਰ 45 ਦੇ ਬਰਾਬਰ। x ਦੀ ਕੀਮਤ ਕਿੰਨੀ ਆ ਗਈ ਆਪਣੇ ਕੋਲੇ 5। ਇਹਦਾ ਜਿਹੜਾ ਆਨਸਰ ਸੀ ਆਪਣਾ ਬਿਲਕੁਲ ਸਹੀ, ਉਹ ਕਿੰਨਾ ਹੋਣਾ ਸੀ 5। x ਦੀ ਕੀਮਤ ਕਿੰਨੀ ਹੋਣੀ ਸੀ 5। ਇਹ ਵੀ ਆਪਣਾ ਇੱਕ ਸਿੰਪਲ ਹੀ ਲੈਵਲ ਦਾ ਕੁਐਸਚਨ ਸੀ। ਅੱਗੇ ਆਪਾਂ ਡਿਸਕਸ ਕਰਦੇ ਹਾਂ। ਅੱਗੇ ਦੇਖੋ ਆਪਣੇ ਕੋਲ ਕੁਐਸਚਨ ਹੈਗਾ ਵਰਕ ਐਂਡ ਟਾਈਮ ਦਾ। ਟਾਈਮ ਐਂਡ ਵਰਕ ਦਾ ਦੇਖੋ ਕੁਐਸਚਨ ਹਰੇਕ ਪੇਪਰ ਦੇ ਵਿੱਚ ਹੀ ਆਉਂਦਾਗਾ। ਇਹ ਵੀ ਆਪਣੇ ਕੋਲ ਇੱਕ ਸਿੰਪਲ ਲੈਵਲ ਦਾ ਹੀ ਕੁਐਸਚਨ ਸੀ। P ਕਿਸੇ ਪੂਰੇ ਕੰਮ ਨੂੰ 27 ਦਿਨਾਂ ਦੇ ਵਿੱਚ ਕਰਦੀ ਆ। P ਜਦੋਂ ਕੰਮ ਨੂੰ ਪੂਰਾ ਕਰਦੀ ਆ ਤਾਂ ਕਿੰਨੇ ਦਿਨ ਲੱਗਦੇ ਉਹਦੇ 27 ਦਿਨ ਲੱਗਦੇ ਆ। P ਕਿਸੇ ਕੰਮ ਨੂੰ ਪੂਰਾ ਕਰਦੀ ਆ ਤਾਂ ਉਹਦੇ ਕੋਲ ਕਿੰਨੇ ਦਿਨ ਲੱਗਦੇ ਆ, ਤਾਂ ਉਹਨੂੰ 27 ਦਿਨ ਲੱਗਦੇ ਆ। ਉਹੀ ਕੰਮ ਜੇ ਆਪਾਂ Q ਤੋਂ ਕਰਾਉਣੇ ਆ, Q ਕਿੰਨਾ ਟਾਈਮ ਲਗਾਉਂਦਾ, Q ਲਾਉਂਦਾ 18 ਦਿਨ। Q ਨੂੰ ਕਿੰਨੇ ਦਿਨ ਲੱਗਦੇ ਆ 18 ਦਿਨ। ਜੇ P ਕੰਮ ਕਰਦਾ ਤਾਂ 27 ਦਿਨ ਲੱਗਦੇ ਆ, Q ਕਰਦਾ ਤਾਂ ਕਿੰਨੇ ਲੱਗਦੇ ਆ 18 ਦਿਨ। ਠੀਕ ਆ। ਉਸ ਤੋਂ ਬਾਅਦ ਕੀ ਕਹਿੰਦੇ P ਆ, Q ਨੇ ਕੰਮ ਸਟਾਰਟ ਕੀਤਾ। ਕੰਮ ਕਿਹਨੇ ਕੀਤਾ, Q ਨੇ ਸਟਾਰਟ ਕੀਤਾ। ਉਸ ਤੋਂ ਬਾਅਦ P ਨੇ ਉਹਨੂੰ ਜੁਆਇਨ ਕੀਤਾਗਾ ਤੇ ਦਾ ਵਰਕ ਵਾਸ ਕੰਪਲੀਟ 12 ਡੇ। ਹਾਊ ਮੈਨੀ ਡੇ Q ਵਰਕ ਮੋਰ ਦੈਨ P। ਠੀਕ ਆ। ਕੀ ਕੀਤਾਗਾ ਕਿ ਜਿਹੜੀ Q ਆ ਉਹਨੇ ਕੰਮ ਕੀਤਾਗਾ 12 ਦਿਨ। ਉਸ ਤੋਂ ਬਾਅਦ ਕੀ ਹੋਇਆਗਾ P ਨੇ ਜੁਆਇਨ ਕੀਤਾਗਾ, P ਨੇ ਆਪ ਬਾਅਦ ਚ ਜੁਆਇਨ ਕੀਤਾ। Q ਨੇ ਕਿੰਨੇ ਦਿਨ ਕੀਤਾ ਕੰਮ, Q ਨੇ ਕੀਤਾ 12 ਦਿਨ। Q ਦੇਖੋ 18 ਦਿਨਾਂ ਵਿੱਚ ਪੂਰਾ ਕੰਮ ਕਰਦਾਗਾ। 12 ਦਿਨਾਂ ਦੇ ਵਿੱਚ Q ਕਿੰਨਾ ਕੰਮ ਕਰੂਗਾ, ਜਿਹਦੇ ਆਪਾਂ ਕੈਂਸਲ ਕਰੀਏ, ਜੇ ਕੋਈ ਬੰਦਾ 18 ਦਿਨਾਂ ਵਿੱਚ ਪੂਰਾ ਕੰਮ ਕਰਦਾ ਤਾਂ 12 ਦਿਨਾਂ ਦੇ ਵਿੱਚ ਕਿੰਨਾ ਕੰਮ ਕਰੂਗਾ, 2 ਹਿੱਸੇ ਕੰਮ ਕਰ ਲੂਗਾ। ਕਿੰਨੇ ਹਿੱਸੇ ਕੰਮ ਕਰ ਲੂਗਾ, 2 ਹਿੱਸੇ ਕੰਮ। ਤਾਂ ਜਿਹੜਾ ਟੋਟਲ 3 ਹਿੱਸੇ ਕੰਮ ਸੀ, 3 ਯੂਨਿਟਾਂ ਕੰਮ ਸੀ, ਉਹਦੇ ਵਿੱਚੋਂ ਜਿਹੜਾ Q ਆ ਉਹ ਕਿੰਨੇ ਹਿੱਸੇ ਕੰਮ ਕਰੂਗਾ, 2 ਹਿੱਸੇ ਕੰਮ ਕਰੂਗਾ। ਤਾਂ ਆਪਣੇ ਕੋਲ ਰਹਿ ਗਿਆ 1 ਹਿੱਸਾ। P ਕਿੰਨਾ ਕਰਦਾਗਾ, ਪੂਰਾ ਕੰਮ 27 ਦਿਨਾਂ ਦੇ ਵਿੱਚ ਕਰਦਾ। 1 ਹਿੱਸਾ ਕਿੰਨੇ ਦਿਨਾਂ 'ਚ ਕਰ ਦੂਗਾ, 9 ਦਿਨਾਂ ਦੇ ਵਿੱਚ। ਜਿਹੜਾ P ਆ, P ਨੇ ਕੰਮ ਕੀਤਾਗਾ 9 ਦਿਨ, Q ਨੇ ਕੰਮ ਕੀਤਾਗਾ 12 ਦਿਨ। ਤਾਂ ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਕਿੰਨੇ ਦਾ, 3 ਦਾ। ਤਾਂ ਜਿਹੜਾ Q ਆ ਉਹਨੇ 3 ਦਿਨ ਜ਼ਿਆਦਾ ਕੰਮ ਕੀਤਾਗਾ P ਨਾਲੋਂ। ਆਪਣਾ A ਵਾਲਾ ਕੀ ਹੋਊਗਾ ਆਨਸਰ ਹੋਊਗਾ। ਇਹ ਆਪਣੇ ਕੋਲ ਸਿੰਪਲ ਸਵਾਲ ਸੀ। ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਅਮਨ ਰਨਸ ਕਰਦਾਗਾ ਕਿੰਨੇ ਦੀ ਸਪੀਡ ਨਾਲ, 50 ਮੀਟਰ ਪਰ ਸੈਕਿੰਡ ਦੀ। ਅਮਨ ਚੱਲ ਰਿਹਾ ਹੈਗਾ 50 ਮੀਟਰ ਪਰ ਸੈਕਿੰਡ ਦੀ ਸਪੀਡ ਦੇ ਨਾਲ। ਠੀਕ ਆ। ਉਸ ਤੋਂ ਬਾਅਦ ਕੀ ਆ ਗਿਆ, ਆਫਟਰ 5 ਮਿੰਟ ਇੰਟਰਵਲ, 5 ਮਿੰਟਾਂ ਤੋਂ ਬਾਅਦ। ਠੀਕ ਹੈ। 5 ਮਿੰਟਾਂ ਤੋਂ ਬਾਅਦ ਕੀ ਕਰਦਾਗਾ, ਮੋਹਿਤ ਉਹਨੂੰ ਫੋਲੋ ਕਰਦਾਗਾ। 5 ਮਿੰਟਾਂ ਤੋਂ ਬਾਅਦ ਮੋਹਿਤ ਦੀ ਜਿਹੜੀ ਸਪੀਡ ਆ ਉਹ ਕਿੰਨੇ ਦੀ ਆ, ਉਹ ਹੈਗੀ 60 ਮੀਟਰ ਪਰ ਮਿੰਟ। 5 ਮਿੰਟਾਂ ਦਾ ਗੈਪ ਆ। 5 ਮਿੰਟਾਂ ਦੇ ਵਿੱਚ ਦੇਖੋ ਪੂਰੇ 1 ਘੰਟੇ ਦੇ ਵਿੱਚ 60 ਮਿੰਟ 50 ਮੀਟਰ ਅੱਗੇ ਜਾਂਦਾ ਪੂਰੇ 1 ਮਿੰਟ ਦੇ ਵਿੱਚ। ਜੇ ਆਪਾਂ 5 ਮਿੰਟਾਂ ਦੀ ਗੱਲ ਕਰੀਏ, 1 ਮਿੰਟ ਦੇ ਵਿੱਚ ਕਿੰਨਾ ਚੱਲਦਾਗਾ 50 ਮੀਟਰ। 5 ਮਿੰਟਾਂ ਦੇ ਵਿੱਚ ਕਿੰਨਾ ਚੱਲੂਗਾ, 250 ਮੀਟਰ ਚੱਲੂਗਾ। 250 ਮੀਟਰ। ਤਾਂ ਆਪਾਂ ਇਹ ਕਹਿ ਸਕਦੇ ਜਿਹੜਾ ਅਮਨ ਹੈ ਉਹ 250 ਮੀਟਰ ਅੱਗੇ ਚਲਾ ਗਿਆ। ਕੀ ਤੋਂ, ਮੋਹਿਤ ਤੋਂ। ਦੇਖੋ ਮੋਹਿਤ ਆ ਰਿਹਾਗਾ, ਜਿਹੜਾ ਅਮਨ ਆ ਉਹ 250 ਮੀਟਰ ਤੋਂ ਅੱਗੇ ਚਲਾ ਗਿਆ। ਕਿੰਨਾ ਚਲਾ ਗਿਆ, 250 ਮੀਟਰ। ਹੁਣ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜੇ ਦੋਵੇਂ, ਇੱਕ ਤਾਂ ਆਪਣੇ ਕੋਲ ਮੋਹਿਤ ਆ, ਦੂਜਾ ਆਪਣੇ ਕੋਲੇ ਅਮਨ ਆ, ਉਹ ਕੀ ਕਰ ਰਹੇ ਨੇ, ਇੱਕ ਡਾਇਰੈਕਸ਼ਨ ਦੇ ਵਿੱਚ ਚੱਲ ਰਹੇ ਨੇ, ਸੇਮ ਡਾਇਰੈਕਸ਼ਨ ਦੇ ਵਿੱਚ ਚੱਲ ਰਹੇ ਨੇ। ਅਗਰ ਸੇਮ ਦੇ ਵਿੱਚ ਚੱਲਦੇ ਨੇ ਤਾਂ ਜਿਹੜੀ ਸਪੀਡ ਆ ਉਹ ਮਾਈਨਸ ਹੋ ਰਹੀ ਹੈ। ਸਪੀਡ ਕਿੰਨੇ ਦੀ ਰਹਿ ਗਈ, ਆਪਾਂ ਕਹਾਂਗੇ 60 ਦੇ ਵਿੱਚੋਂ 50 ਨੂੰ ਮਾਈਨਸ ਕਰਾਂਗੇ ਤਾਂ ਕਿੰਨੇ ਰਹਿ ਗਿਆ, 10 ਮੀਟਰ ਪਰ ਸੈਕਿੰਡ ਦੀ ਸਪੀਡ ਰਹੀ, 10 ਮੀਟਰ ਪਰ ਮਿੰਟ ਦੀ ਆਪਣੇ ਕੋਲ ਸਪੀਡ ਰਹਿ ਗਈ। ਡਿਸਟੈਂਸ ਦੀ ਦੂਰੀ ਕਿੰਨੀ ਦੀ ਪੈ ਗਈ ਆਪਣੇ ਕੋਲੇ, ਉਹ ਪੈ ਗਈ 250 ਦੀ। ਦੂਰੀ ਜਿਹੜੀ ਤੈਅ ਹੋ ਰਹੀ ਆ, ਘਟ ਰਹੀ ਆ, ਉਹ ਕਿੰਨੀ ਦੀ ਰਹੀ ਆ, 10 ਮੀਟਰ ਪਰ ਮਿੰਟ। ਤਾਂ ਕਿੰਨੇ ਟਾਈਮ ਲੱਗੂਗਾ, 25 ਮਿੰਟ ਲੱਗਣਗੇ। ਕਿੰਨਾ ਟਾਈਮ ਲੱਗੂਗਾ, 25 ਮਿੰਟ। ਤਾਂ ਇਹ ਜਿਹੜੇ 25 ਮਿੰਟ ਲੱਗ ਗਏ, ਇਹਦੇ ਵਿੱਚ ਕੀ ਸੀ, ਜਿਹੜਾ ਮੋਹਿਤ ਦਾ ਡੌਗ ਹੈ ਉਹ ਕੀ ਕਰਦਾ, ਉਹ ਰਨਿੰਗ ਕਰ ਰਿਹਾ, ਕਿਤੇ ਅੱਗੇ ਆ ਜਾਂਦਾ ਕਿਤੇ ਪਿੱਛੇ ਆ ਜਾਂਦਾ। ਕਿੰਨਾ ਟਾਈਮ ਰਨਿੰਗ ਕਰ ਰਿਹਾ ਹੈਗਾ ਉਹ, 25 ਮਿੰਟ। 25 ਮਿੰਟ ਰਨਿੰਗ ਕਰ ਰਿਹਾ ਹੈਗਾ। 25 ਮਿੰਟ ਦੇ ਵਿੱਚ ਜਿਹੜਾ ਡੌਗ ਦੀ ਸਪੀਡ ਆ, ਡੌਗ ਕਿੰਨੇ ਨਾਲ ਚੱਲ ਰਿਹਾ ਹੈਗਾ, ਡੌਗ ਚੱਲ ਰਿਹਾ 70 ਨਾਲ। ਜੇ ਉਹ 70 ਮੀਟਰ ਤੈਅ ਕਰਦਾ ਹੈ 1 ਮਿੰਟ ਦੇ ਵਿੱਚ,
ਕਿੰਨਾ ਚਿਰ ਟਾਈਮ ਚੱਲਿਆਗਾ ਉਹ 25 ਮਿੰਟ। ਤਾਂ ਮਲਟੀਪਲਾਈ ਕਰਾਂਗੇ 25 ਕਿੰਨਾ ਆ ਗਿਆ 175 ਨਾਲ ਲੱਗ ਗਈ 0। ਤਾਂ ਆਪਣਾ ਜਿਹੜਾ ਆਨਸਰ ਆਊਗਾ ਕਿੰਨਾ ਆਊਗਾ 1750। ਡੀ ਵਾਲਾ ਆਪਣਾ ਆਨਸਰ ਆਊਗਾ 1750। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਆਪਣਾ ਇੱਕ ਠੀਕ ਲੈਵਲ ਦਾ ਹੀ ਕੁਐਸਚਨ ਸੀ। ਅੱਗੇ ਦੇਖਦੇ ਹਾਂ ਆਪਣੇ ਕੋਲ ਗ੍ਰਾਫ ਡੀਆਈ ਦੇ ਆਪਾਂ ਨੂੰ ਕੁਐਸਚਨ ਕਾਫੀ ਦੇਖਣ ਨੂੰ ਮਿਲੇ ਸੀ। ਫਸਟ ਡੀਆਈ ਦੇ ਵਿੱਚ ਦੇਖੋ ਸਿੰਪਲ ਕਿਹਾਗਾ ਕਿ ਰੇਲਵੇ ਦੇ ਜਿਹੜੇ ਗੁੱਡਸ ਨੇ ਜਿਹੜੇ ਰੇਲਵੇ ਚੀਜ਼ਾਂ ਨੂੰ ਟਰਾਂਸਪੋਰਟ ਕਰਦੀ ਆ ਉਹਦੇ ਆਪਾਂ ਨੂੰ ਉਹਦੇ ਹਿਸਾਬ ਨਾਲ ਇੱਕ ਗ੍ਰਾਫ ਦਿੱਤਾ ਹੋਇਆ ਹੈਗਾ ਕਿ ਨਾਰਥ ਸਾਈਡ, ਈਸਟ ਸਾਈਡ, ਸਾਊਥ ਸਾਈਡ, ਵੈਸਟ ਸਾਈਡ ਤੇ ਨਾਰਥ ਈਸਟ ਸਾਈਡ। ਸਮਾਂ ਦਿੱਤਾ ਹੈਗਾ 2018, 19 ਤੇ 20। ਪਹਿਲਾ ਫਸਟ ਕੁਐਸਚਨ ਹੈ ਕਿ ਡੂਰਿੰਗ ਟਾਈਮ, ਕਿਸ ਟਾਈਮ ਕਿ 2018 ਤੋਂ 2020 ਦੇ ਟਾਈਮ ਦੇ ਵਿੱਚ ਕਿ ਵਾਸ ਦਾ ਰੇਟ ਇਨਕਰੀਜ਼ ਗੁੱਡਸ, ਕਿਹਦਾ ਜਿਹੜਾ ਚੀਜ਼ਾਂ ਨੂੰ ਟਰਾਂਸਪੋਰਟ ਕਰਨ ਦਾ ਜਿਹੜਾ ਰੇਟ ਆ ਸਭ ਤੋਂ ਜ਼ਿਆਦਾ ਸੀ, ਰੇਟ ਆਫ ਇਨਕਰੀਜ਼ ਜ਼ਿਆਦਾ ਸੀ ਟਰਾਂਸਪੋਰਟ ਦਾ ਸੈਕਿੰਡ ਹਾਈਐਸਟ। ਫਸਟ ਨਹੀਂ ਸਭ ਤੋਂ ਜ਼ਿਆਦਾ ਨਹੀਂ, ਸੈਕਿੰਡ ਜਿਹੜਾ ਦੂਜੇ ਨੰਬਰ ਤੇ ਚੀਜ਼ਾਂ ਨੂੰ ਸਭ ਤੋਂ ਵੱਧ ਟਰਾਂਸਪੋਰਟ ਕਰਦਾ ਸੀ ਉਹ ਕਿਹੜਾ ਸੀ, ਆਪਣੇ ਕੋਲ ਕਿਹੜਾ ਜ਼ੋਨ ਸੀ। ਤਾਂ ਆਪਾਂ ਗੱਲ ਕਰੀਏ ਦੇਖੋ ਕਿੰਨੇ ਤੋਂ ਲੈ ਕੇ ਗੱਲ ਕੀਤੀ ਹੈ 2018 ਤੋਂ ਲੈ ਕੇ 2020 ਦੀ ਗੱਲ ਕੀਤੀ ਹੈ। 2018 ਤੋਂ ਲੈ ਕੇ 2020 ਜਿਹੜਾ ਆਪਣਾ ਨਾਰਥ ਜ਼ੋਨ ਆ, ਨਾਰਥ ਜ਼ੋਨ 18 ਦੇ ਵਿੱਚ ਕਿੰਨਾ ਕਰਦਾ ਸੀ ਆਪਣੇ ਕੋਲੇ 4.5 ਤੇ 20 ਦੇ ਵਿੱਚ ਕਿੰਨਾ ਕਰਨ ਲੱਗ ਗਿਆ 12.5। ਕਿੰਨੇ ਗੁਣਾ ਕਰਨ ਲੱਗ ਗਿਆ ਤਾਂ ਕਿੰਨਾ ਦੇਖੀਏ ਆਪਾਂ ਨੀਅਰ ਅਬਾਊਟ ਗੱਲ ਕਰੀਏ ਆਪਾਂ ਤਾਂ ਆਪਣੇ ਕੋਲ ਦੇਖੋ 4.5 ਦੁੱਗਣਾ 9 ਹੋਣਾ ਸੀ, ਉਦੋਂ ਬਾਅਦ ਤਿੱਗਣਾ ਕਿੰਨਾ ਹੋ ਸੀ 13.5 ਹੋਣਾ ਸੀ। ਤਾਂ ਆਪਾਂ ਨੂੰ ਕਹਿ ਸਕਦੇ ਹਾਂ ਨੀਅਰ ਅਬਾਊਟ 2.5% ਦਾ ਫਰਕ ਪੈਗਾ, 2.5% ਦਾ। ਜੇ ਆਪਾਂ ਈਸਟ ਦੀ ਗੱਲ ਕਰੀਏ ਈਸਟ ਦੇ ਵਿੱਚ ਕਿੰਨਾ ਗਾ 6.1 ਸੀ 2018 ਦੇ ਵਿੱਚ, 2020 ਦੇ ਵਿੱਚ ਕਿੰਨਾ ਚਲਾ ਗਿਆ 15.8। ਤਾਂ ਕਿੰਨੇ ਗੁਣਾ ਚਲਾ ਗਿਆ ਅਗਰ ਆਪਾਂ ਗੱਲ ਕਰਦੇ ਹਾਂ 6 ਦੂਣੀ 12, ਇਹ ਵੀ ਆਪਣੇ ਕੋਲ ਨੀਅਰ ਅਬਾਊਟ 2.5 ਗੁਣਾ ਚਲਾ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਸਾਊਥ ਵਾਲੀ ਸਾਈਡ, ਸਾਊਥ ਵਾਲੀ ਸਾਈਡ ਦੇਖੋ ਕਿੰਨਾ ਗਾ 2.3 ਆ, ਮੈਕਸਿਮਮ ਕਿੰਨਾ ਚਲਾ ਗਿਆ 2020 ਦੇ ਵਿੱਚ 11.2। ਜੇ ਆਪਾਂ ਦੇਖੋ 5 ਦੇ ਨਾਲ ਗੁਣਾ ਕਰਦੇ ਹਾਂ ਆਪਣੇ ਕੋਲ 3.15 ਆ ਗਿਆ, ਉਸ ਤੋਂ ਬਾਅਦ ਕਿੰਨਾ ਆ ਗਿਆ ਆਪਣੇ ਕੋਲ 10 ਤੇ 1 11 ਆ ਗਿਆ। ਇਹ ਆਪਣੇ ਕੋਲ ਨੀਅਰ ਅਬਾਊਟ 5 ਆ ਰਿਹਾ, 5 ਗੁਣਾ ਜ਼ਿਆਦਾ ਹੋ ਰਿਹਾਗਾ ਕਿਉਂਕਿ ਦੇਖੋ 2 ਦਾ ਜੇ ਆਪਾਂ 5 ਗੁਣਾ 10 ਕਰਦੇ ਹਾਂ 3 ਆਪਣੇ ਕੋਲ ਦੇਖੋ ਆਪਾਂ ਕਰਦੇ ਹਾਂ 2.3, 5 ਗੁਣਾ 15 ਕਿੰਨਾ ਆ ਗਿਆ 10। ਤਾਂ ਨੀਅਰ ਅਬਾਊਟ 5 ਗੁਣਾ ਹੋ ਗਿਆ। ਜੇ ਆਪਾਂ ਵੈਸਟ ਦੀ ਗੱਲ ਕਰਦੇ ਹਾਂ ਵੈਸਟ ਦੇ ਵਿੱਚ ਆਪਣੇ ਕੋਲ 5.6 ਸੀ, ਇੱਥੇ ਕਿੰਨਾ 16.9। ਤਾਂ ਕਿੰਨੇ ਗੁਣਾ ਜਾਂਦਾ ਆਪਣੇ ਕੋਲ ਆਪਾਂ ਦੇਖੀਏ ਤਾਂ ਆਪਣੇ ਕੋਲ ਗੁਣਾ ਕਿੰਨੇ ਜਾਂਦਾ ਗਾ, ਇਹਨੂੰ ਆਪਾਂ ਕਰਦੇ ਹਾਂ 3 ਦੇ ਨਾਲ 18 ਕਿੰਨਾ ਆ ਗਿਆ 15 ਤੇ 1 16 ਆ ਗਿਆ। ਇਹ ਕਿੰਨਾ ਆ ਗਿਆ 3 ਪਲੱਸ ਆ ਰਿਹਾ ਥੋੜਾ ਜਿਹਾ, 3 ਤੋਂ ਥੋੜਾ ਜਿਹਾ ਪਲੱਸ, 3 ਤੋਂ ਥੋੜਾ ਜਿਹਾ ਪਲੱਸ ਆ। ਅੱਗੇ ਆਪਾਂ ਗੱਲ ਕਰ ਰਹੀਏ ਇੱਥੇ ਕਿੰਨਾ ਸੀ 2.4, 2.4 ਤੋਂ ਕਿੰਨਾ ਵਾ ਗਿਆ 7.7 ਵਾ ਗਿਆ। ਜੇ ਆਪਾਂ 8 ਦੀ ਗੱਲ ਕਰੀਏ 12, 4 ਦੀ ਗੱਲ ਕਰੀਏ 16, ਉਸ ਤੋਂ ਬਾਅਦ 4, 3 ਦੀ ਗੱਲ ਕਰੀਏ ਦੇਖੋ ਜੀ 3 ਤੋਂ ਕਿੰਨਾ ਕਰ 11, 3 ਦੀ ਗੱਲ ਕਰੀਏ 12, ਇੱਧਰ ਕਿੰਨਾ ਆ ਗਿਆ 6 ਤੇ 1 7 ਆ ਗਿਆ। ਠੀਕ ਆ, ਇਹ 3 ਪਲੱਸ ਆ ਰਹੇਗਾ। ਹੁਣ ਦੇਖੋ ਸਭ ਤੋਂ ਹਾਈਐਸਟ ਦਾ ਕਿਹੜਾ ਗਾ ਉਹ ਤਾਂ ਆਪਣੇ ਕੋਲ ਹੈਗਾ ਸਾਊਥ ਵਾਲਾ। ਆਪਾਂ ਪਤਾ ਕਰਨਾ ਸੈਕਿੰਡ ਦੇ ਵਿੱਚ ਦੇਖੋ ਇੱਥੇ ਹੈਗਾ 3.16.1 ਬਣਦਾ 8 ਬਣਦਾ, ਇੱਥੇ ਬਣਦਾ ਆਪਣੇ ਕੋਲੇ 7.7, ਇਹ ਕਿੰਨਾ 7.2 ਬਣਦਾ, ਇੱਥੇ ਕਿੰਨਾ 7.7। ਇੱਥੇ 3 ਨਾਲੋਂ 0.5 ਜ਼ਿਆਦਾ, ਇੱਥੇ 0.1 ਜ਼ਿਆਦਾ ਗਾ। ਤੇ ਜਿਹੜਾ ਆਪਣਾ ਸੈਕਿੰਡ ਆਊਗਾ ਹਾਈਐਸਟ ਸੈਕਿੰਡ ਕਿਹੜਾ ਆਊਗਾ ਆਪਣੇ ਕੋਲੇ ਨਾਰਥ ਈਸਟ ਆਊਗਾ। ਆਪਣਾ ਈ ਵਾਲਾ ਆਨਸਰ ਆਊਗਾ ਨਾਰਥ ਈਸਟ। ਆਪਾਂ ਇਹਨੂੰ ਐਵੇਂ ਕਰ ਸਕਦੇ ਹਾਂ। ਅੱਗੇ ਆਪਾਂ ਦੇਖੀਏ ਅਗਲੇ ਨਾਲ ਦਾ ਕੁਐਸਚਨ ਦੇਖੋ ਅੱਗੇ ਕੀ ਕਹਿੰਦੇ ਆ ਵਾਟ ਇਜ਼ ਦਾ ਅਪਰੋਕਸੀਮੇਟਲੀ। ਠੀਕ ਹੈ, ਲਗਭਗ ਗੁੱਡਸ ਟਰਾਂਸਪੋਰਟ ਇਨ ਨਾਰਥ 2018, ਨਾਰਥ ਦੇ ਵਿੱਚ 2018 ਦੇ ਵਿੱਚ 2018 ਦਾ ਨਾਰਥ ਦੇ ਵਿੱਚ ਕਿੰਨੀਆਂ ਹੋਈਆਂ ਨੇ 4.5। ਉਸ ਤੋਂ ਬਾਅਦ ਅੱਗੇ ਕੀ ਕਹਿੰਦੇ ਆ ਗੁੱਡਸ ਟਰਾਂਸਪੋਰਟ ਹੋਈਆਂ ਨੇ ਆਪਣੇ ਕੋਲੇ ਨਾਰਥ ਈਸਟ ਆਪਣੇ ਕੋਲੇ ਆ ਨਾਰਥ ਈਸਟ ਦੇ ਵਿੱਚ 2020 ਦੇ ਵਿੱਚ ਕਿੰਨੀਆਂ ਸੀ ਆਪਣੇ ਕੋਲੇ 7.7। ਮਲਟੀਪਲਾਈ ਕਰਦੇ ਆ ਪਰਸੈਂਟ ਦੇ ਵਿੱਚ ਕੱਢਣਾ 100 ਨਾਲ ਮਲਟੀਪਲਾਈ ਕਰਾਂਗੇ, ਪੁਆਇੰਟ ਦੇ ਨਾਲ ਪੁਆਇੰਟ ਕੈਂਸਲ ਕਰਾਂਗੇ ਆਪਾਂ ਤਾਂ ਕਿੰਨਾ ਆਊਗਾ 4500 ਨੂੰ ਡਿਵਾਈਡ ਕਰਦੇ ਆ ਆਪਾਂ 77 ਦੇ ਨਾਲ। ਅਗਰ ਆਪਾਂ 4500 ਨੂੰ 77 ਦੇ ਨਾਲ ਡਿਵਾਈਡ ਕਰਦੇ ਆ 77 ਦਾ ਪਹਿਲਾਂ ਕੀ ਲਿਖਿਆ ਹੋਊਗਾ 5 ਤੇ, ਅਗਰ 5 ਤੇ ਜਾਊਗਾ 35 ਤਾਂ ਆਪਣੇ ਕੋਲ ਕਿੰਨਾ ਆ ਗਿਆ ਨੀਅਰ ਅਬਾਊਟ ਆਪਣਾ 35 ਜਾ ਰਿਹਾ। ਆਪਾਂ 450 ਆਪਾਂ ਲੈ ਰਹੇ ਆ 77 ਨੂੰ ਅਗਰ 5 ਤੇ ਦੇਖਦੇ ਆ 7 5 35 ਆਪਣੇ ਕੋਲ 7 5 35 35 ਤੇ ਲਿਖਣਾ ਹੈਗਾ 38 ਆ 385 ਆ ਰਿਹਾ ਆਪਣੇ ਕੋਲ 5 ਤੇ। ਉਸ ਤੋਂ ਬਾਅਦ ਕਿੰਨੇ ਬਚਦੇ ਨੇ ਆਪਣੇ ਕੋਲ 15 65 ਤਾਂ ਨੀਅਰ ਅਬਾਊਟ ਕੀ ਆ 58। ਤਾਂ ਆਪਣਾ ਜਿਹੜਾ ਆਨਸਰ ਆ ਉਹ ਸੀ ਵਾਲਾ ਆ ਰਹੇਗਾ 58.44%। ਕੀ ਆ ਰਹੇਗਾ ਸੀ ਵਾਲਾ ਆਪਣਾ ਆਨਸਰ ਆ ਰਹੇਗਾ। ਅੱਗੇ ਆਪਾਂ ਗੱਲ ਕਰਦੇ ਹਾਂ ਇਹ ਵੀ ਆਪਣਾ ਗ੍ਰਾਫ ਦਾ ਕੁਐਸਚਨ ਆ। ਇਹਦੇ ਵਿੱਚ ਕੀ ਕਹਿੰਦੇ ਨੇ ਕਿ ਜਿਹੜੇ ਆਨਸਰ ਆਪਣੇ ਕੋਲ ਪਰਸੈਂਟੇਜ ਦੇ ਵਿੱਚ ਦਿੱਤੇ ਹੋਏ ਤਾਂ ਆਪਾਂ ਪਰਸੈਂਟੇਜ ਦੇ ਵਿੱਚ ਹੀ ਦੇਖਾਂਗੇ।
ਵਾਟ ਇਜ਼ ਦਾ ਰੇਸ਼ੋ ਐਵਰੇਜ ਗੁੱਡਸ ਟਰਾਂਸਪੋਰਟ ਇਨ ਦਾ ਸਾਊਥ ਆਪਣੀ ਇਹ ਆ ਸਾਊਥ ਦੇ ਵਿੱਚ ਜਿਹੜੀਆਂ ਗੁੱਡਸ ਟਰਾਂਸਪੋਰਟ ਹੋਈਆਂ ਨੇ ਉਹ ਆਪਣੇ ਕੋਲੇ 18 ਚ 2.3, 19 ਦੇ ਵਿੱਚ 5.8, 20 ਦੇ ਵਿੱਚ 11.2 ਹੋਈਆਂ ਨੇ। ਇਹਨਾਂ ਦੀ ਐਵਰੇਜ ਕਰਾਂਗੇ, ਦੇਖੋ ਆਪਾਂ ਪਹਿਲਾਂ ਨੂੰ ਐਡ ਕਰਦੇ ਹਾਂ, 2 ਤੇ 8 10 ਤੇ 3 13 ਹੋ ਗਿਆ, 16 ਤੇ 18 18 ਤੇ 19 ਆ ਗਿਆ, ਆਪਣੇ ਕੋਲ ਕਿੰਨਾ ਆ ਗਿਆ 19.3 ਆ ਗਿਆ। ਉਸ ਤੋਂ ਬਾਅਦ ਆਪਾਂ ਇਹਦੀ ਐਵਰੇਜ ਕਰਨੀ ਬਟਾ 3 ਲਗਾ ਸਕਦੇ ਹਾਂ, ਆਪਾਂ ਐਵਰੇਜ ਇੱਥੇ ਕੱਢ ਲਾਂਗੇ। ਉਸ ਤੋਂ ਬਾਅਦ ਅਗਲਾ ਕਿਹੜਾ ਆਪਾਂ ਨੂੰ ਕਿਹਾਗਾ ਗੁੱਡਸ ਟਰਾਂਸਪੋਰਟ ਐਵਰੇਜ ਕਿਹਦੀ ਕਿਹਾਗਾ ਵੈਸਟ ਦੀ। ਵੈਸਟ ਆਪਣੇ ਕੋਲ ਨਾਲ ਹੀ ਆ ਗਿਆ। ਵੈਸਟ ਦੀ ਕਿੰਨੀ ਹੋਈ ਆਪਣੇ ਕੋਲੇ 5 ਤੇ 9 14, 14 ਤੇ 6 20, 16 ਤੇ 14 30, 30 ਤੇ 35 ਤੇ 37, ਕਿੰਨਾ ਆ ਗਿਆ ਆਪਣੇ ਕੋਲ 37। ਦੇਖੋ ਐਵਰੇਜ ਕੱਢਾਂਗੇ, ਇਹਦੇ ਵਿੱਚ ਵੀ 3 ਆ, ਇਹਦੇ ਵਿੱਚ 3 ਵੀ ਉਹ ਕੈਂਸਲ ਹੋ ਜਾਣਗੇ। ਐਵਰੇਜ ਆਪਾਂ ਕੱਢਾਂਗੇ, ਐਵਰੇਜ ਆਪਾਂ ਕੱਢਦੇ ਹਾਂ ਟੋਟਲ ਸਮ ਕਰਕੇ ਅਕਾਊਂਟ ਜਿੰਨੇ ਇਵੈਂਟ ਹੁੰਦੇ ਆ, ਤਾਂ ਆਪਣੇ ਕੋਲ ਕਿੰਨਾ ਆ ਗਿਆ, ਆਪਾਂ ਪਰਸੈਂਟ ਦੇਖਣੀ ਆ 19.3 ਬਟਾ ਕਿੰਨਾ ਹੈਗਾ 37%। ਲਈ ਗੁਣਾ ਕੀ ਕਰਾਂਗੇ ਆਪਾਂ 100 ਕਰਾਂਗੇ। ਗੁਣਾ ਕਿੰਨਾ ਕਰਾਂਗੇ ਆਪਾਂ 100 ਕਿਵੇਂ ਕਰਾਂਗੇ ਮਲਟੀਪਲਾਈ। ਉਸ ਤੋਂ ਬਾਅਦ ਦੇਖਦੇ ਹਾਂ ਪੁਆਇੰਟ ਖਤਮ ਤਾਂ ਕਿੰਨਾ ਆ ਗਿਆ 1930 ਨੂੰ 37 ਦੇ ਨਾਲ ਆਪਾਂ ਡਿਵਾਈਡ ਕਰਦੇ ਹਾਂ। 1930 ਨੂੰ ਆਪਾਂ ਕਿਹਨਾਂ ਡਿਵਾਈਡ ਕਰਦੇ ਹਾਂ 37 ਦੇ ਨਾਲ। ਤੇ ਆਪਾਂ ਅੱਗੇ ਦੇਖੀਏ ਨੀਅਰ ਅਬਾਊਟ, ਜਿਹਨੂੰ 5 ਦੇ ਨਾਲ 35 ਆ ਗਿਆ, 15 ਦਿਨ 18 ਆ ਗਿਆ, ਕੀ ਆ 5 ਤੇ ਕਿੰਨਾ ਆ ਗਿਆ 185, ਕਿੰਨਾ ਬਚ ਗਿਆ 5 8। ਤੇ ਉਸ ਤੋਂ ਬਾਅਦ ਕਿੰਨੇ ਤੇ ਜਾਊਗਾ ਨੀਅਰ ਅਬਾਊਟ 2। ਤਾਂ ਜਿਹੜਾ ਆਪਣਾ ਆਨਸਰ ਹੈ ਉਹ ਕਿੰਨਾ ਆ ਰਿਹਾ ਆਪਣੇ ਕੋਲੇ 52.16%। ਆਪਣਾ ਕੀ ਆਊਗਾ B ਦਾ ਕਿਹੜਾ ਆਪਣਾ ਆਨਸਰ ਆਊਗਾ। ਜਿਹੜਾ ਗ੍ਰਾਫ ਸੀ ਆਪਣੇ ਇੱਕ ਠੀਕ ਲੈਵਲ ਦਾ ਸੀ, ਸਾਰੇ ਬੱਚੇ ਨੂੰ ਕਰ ਸਕਦੇ ਸੀ। ਅੱਗੇ ਆਪਾਂ ਦੇਖਦੇ ਹਾਂ ਆਪਣੇ ਕੋਲ ਕੁਐਸਚਨ ਨੇ। ਅਗਲਾ ਵੀ ਆਪਣੇ ਕੋਲ ਕੁਐਸਚਨ ਸੀ, ਇਹਦੇ ਵਿੱਚ ਕੀ ਕਿਹਾ ਹੋਇਆ ਆਪਣੇ ਕੋਲੇ ਆਈਸਕ੍ਰੀਮ ਪਾਰਲਰ ਬਣਿਆ ਹੋਇਆ P ਵਾਲਾ। P ਦੇ ਵਿੱਚ ਜਿਹੜਾ ਕੁੱਲ ਨਾ ਟੋਟਲ weight ਆ ਉਹ ਕਿੰਨਾ ਗਾ 250, ਤੇ ਇੱਕ ਆਪਣੇ ਕੋਲ ਆਈਸਕ੍ਰੀਮ ਪਾਰਲਰ ਆ Q ਵਾਲਾ, ਉਹਦੇ ਵਿੱਚ ਟੋਟਲ weight ਕਿੰਨਾ ਗਾ 200। ਉਸ ਤੋਂ ਬਾਅਦ ਆਪਾਂ ਨੂੰ ਆਈਸਕ੍ਰੀਮ ਦੀ ਸਾਰੀ ਵੈਰਾਈਟੀ ਦੇ ਵਿੱਚ ਚਾਕਲੇਟ ਹੋ ਗਈ ਆਪਣੇ ਕੋਲੇ, ਵਨੀਲਾ ਹੋ ਗਿਆ, ਸਟ੍ਰਾਬੇਰੀ ਹੋ ਗਈ, ਰੈਸਪਬੇਰੀ ਹੋ ਗਈ, ਟੂਟੀ ਫਰੂਟੀ ਹੋ ਗਈ, ਤੇ ਆਪਣੇ ਕੋਲੇ ਵਾਟਰ ਸਕॉच ਹੋ ਗਿਆ। ਹੁਣ ਇਹਦੇ ਰਿਲੇਟਡ ਆਪਾਂ ਨੂੰ ਕੁਐਸਚਨ ਨੇ। ਸਭ ਤੋਂ ਫਸਟ ਕੁਐਸਚਨ ਦੇਖੋ, what is the difference ਪਤਾ ਕਰਨਾ between the quantity of the vanilla kg ਦੇ ਵਿੱਚ Q ਤੇ P ਦੇ, Q ਤੇ P ਦੇ ਪਾਰਲਰ ਦੇ ਵਿੱਚ ਵਨੀਲਾ ਦੀ ਜਿਹੜੀ ਆਪਣੇ ਕੋਲੇ ਕੁਆਂਟੀਟੀ ਸੀ ਉਹਦਾ ਡਿਫਰੈਂਸ। ਦੇਖੋ Q ਦੀ ਗੱਲ ਕਰੀਏ, ਵਨੀਲਾ ਆਪਣੇ ਕੋਲ ਕੀ ਹੈਗਾ ਸੈਕਿੰਡ ਦੇ ਵਿੱਚ ਕਿੰਨਾ ਗਾ 12%। ਜੇ ਆਪਾਂ ਇਹਦਾ 250 ਦਾ 12% ਦੀ ਗੱਲ ਕਰੀਏ 10% 25 ਆ ਗਿਆ, 5 ਉਹਦੇ ਨਾਲ ਐਡ ਕਰਾਂਗੇ ਤਾਂ ਕਿੰਨਾ ਬਣ ਗਿਆ 30। ਠੀਕ ਹੈ, ਤਾਂ ਕਿੰਨਾ ਹੋਊਗਾ 30। ਹੁਣ ਇਹਦੇ ਵਿੱਚ ਆਪਾਂ Q ਦੇ ਵਿੱਚ ਦੇਖੀਏ ਵਨੀਲਾ ਦੀ, Q ਦੇ ਵਿੱਚ ਕਿੰਨਾ ਗਾ 11। ਆਪਾਂ ਦੇਖਣਾਗਾ ਵਨੀਲਾ ਦਾ ਡਿਫਰੈਂਸ। Q ਦੇ ਵਿੱਚ ਆਪਣੇ ਕੋਲ ਕਿੰਨਾ ਗਾ 11। ਅਗਰ ਆਪਾਂ ਇਹਦਾ 11 ਦੇਖੀਏ, 11 ਕਿੰਨਾ ਹੋ ਗਿਆ 22, 22 ਦੇਖੀਏ ਆਪਾਂ ਇਹਦਾ ਕਿੰਨਾ ਆ ਗਿਆ ਆਪਣੇ ਕੋਲ 22 ਆ ਗਿਆ। ਟੋਟਲ ਕਿੰਨੀ kg ਆ ਗਿਆ 22, ਉੱਥੇ ਕਿੰਨਾ ਆ ਗਿਆ ਆਪਣੇ ਕੋਲ 30 kg। ਆਪਾਂ ਡਿਫਰੈਂਸ ਹੀ ਦੇਖਣਾ ਸੀ, ਤਾਂ ਆਪਣੇ ਕੋਲ ਡਿਫਰੈਂਸ ਕਿੰਨੇ ਦਾ ਆ ਰਿਹਾ 8 ਦਾ। ਆਪਣਾ C ਕੀ ਆਊਗਾ ਆਨਸਰ, ਸਿੰਪਲ ਸਵਾਲ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਆਈਸਕ੍ਰੀਮ, ਕਿਹੜੀ ਆਈਸਕ੍ਰੀਮ ਦੇ ਵਿੱਚ ਲੈਸ ਕੁਆਂਟੀਟੀ ਆ P ਕੋਲੇ, ਕਿਹਦੇ ਨਾਲੋਂ Q ਨਾਲੋਂ P ਕੋਲੇ ਕਿਹੜੀਆਂ ਆਈਸਕ੍ਰੀਮ ਦੀ ਜਿਹੜੀ ਕੁਆਂਟੀਟੀ ਆ ਉਹਦੇ ਵਿੱਚ ਲੈਸ ਨੇ। ਆਪਾਂ ਨੂੰ ਅੱਗੇ ਕੁਐਸਚਨ ਦਿੱਤੇ ਆ, ਆਪਾਂ ਦੇਖਦੇ ਹਾਂ ਕਿਹੜੇ ਆਉਣਗੇ। ਆਪਾਂ ਗੱਲ ਕਰਦੇ ਹਾਂ, ਆ ਹੈਗੀ ਆਪਣੇ ਕੋਲੇ P, ਆ ਹੈਗੀ ਆਪਣੇ ਕੋਲੇ Q। P ਕੋਲੇ ਲੈਸ ਨੇ Q ਦੇ ਨਾਲੋਂ। ਅਗਰ ਆਪਾਂ P ਕੋਲੇ ਲੈਸ ਦੀ ਗੱਲ ਕਰਦੇ ਹਾਂ Q ਦੇ ਨਾਲੋਂ, P ਕੋਲੇ 14% ਆ ਚਾਕਲੇਟ, ਤੇ Q ਕੋਲੇ ਚਾਕਲੇਟ ਕਿੰਨੀ ਆ 18%। ਚਾਕਲੇਟ ਕਿੰਨੀ ਆ 18%। ਇਹਦਾ ਦੇਖੋ ਆਪਾਂ 14% ਗੱਲ ਕਰੀਏ, 14% ਕਿੰਨਾ ਬਣੂਗਾ 250 ਦਾ, 10% 25 ਬਣ ਗਿਆ। ਉਸ ਤੋਂ ਬਾਅਦ ਕਿੰਨਾ ਆ ਗਿਆ 5 ਤੇ 35 ਆ ਗਿਆ, ਨੀਅਰ ਅਬਾਊਟ 35। ਇਹਦਾ ਆਪਾਂ 18% ਗੱਲ ਕਰੀਏ 200 ਦਾ ਕਿੰਨਾ ਆ ਗਿਆ 36। ਇੱਕ ਤਾਂ ਜਿਹੜੀ ਚਾਕਲੇਟ ਆ ਉਹ ਜ਼ਿਆਦਾ ਗਈ ਜਿਹਦੇ ਕੋਲੇ Q ਹੈ, ਇੱਕ ਤਾਂ ਆਪਣੇ ਕੋਲ ਚਾਕਲੇਟ ਆ ਗਈ। ਦੂਸਰਾ ਇਹ 12 ਗਾ, ਇਹ 11 ਗਾ, Q ਕੋਲੇ ਜ਼ਿਆਦਾ, Q ਕੋਲੇ 15, ਉਹਦੇ ਕੋਲ 15, ਇਹਦੇ ਕੋਲ 13, ਇਹ ਵੀ ਆ 21 ਵੀ ਨਹੀਂ ਹੈਗਾ, 23 ਆ, ਇਹਦੇ ਕੋਲ ਕਿੰਨਾ ਗਾ 16, ਉਹਦੇ ਕੋਲ 23 ਆ। ਇੱਥੇ ਦੇਖੋ ਇਹਦੇ ਕੋਲ 15% ਆ, 15% ਕੀ ਆ ਵਾਟਰ ਸਕॉच, ਇਹਦੇ ਕੋਲ ਕਿੰਨੀ ਆ 21%। ਆਪਾਂ Q ਦਾ ਜ਼ਿਆਦਾ ਦੇਖਣਾਗਾ, 21% ਦਾ ਮਤਲਬ 21 ਨੂੰ ਕਿੰਨਾ ਆ ਗਿਆ 42, ਇਹਦੇ ਕੋਲ ਕਿੰਨਾ ਗਾ 42। ਉਸ ਤੋਂ ਬਾਅਦ ਕਿੰਨਾ ਗਾ 15, ਇਹਦਾ 15 ਕਿੰਨਾ ਹੋਊਗਾ ਆਪਣੇ ਕੋਲ 25, 15 ਕਿੰਨਾ ਹੋਊਗਾ 25, 25 ਦਾ ਆਪਾਂ ਦੇਖੀਏ 12.5, ਤਾਂ ਆਪਣੇ ਕੋਲ ਕਿੰਨਾ 37.5 ਆ ਰਹੇਗਾ। ਦੂਸਰਾ ਆਪਣੇ ਕੋਲ ਕਿਹੜਾ ਗਾ ਵਾਟਰ ਸਕॉच ਜ਼ਿਆਦਾਗਾ, ਤਾਂ ਆਪਾਂ ਕਹਿ ਸਕਦੇ ਹਾਂ ਦੋ ਆਈਸਕ੍ਰੀਮਾਂ ਜਿਹੜੀਆਂ P ਨਾਲੋਂ Q ਕੋਲ ਜ਼ਿਆਦਾ ਨੇ, ਉਹ ਕਿਹੜੇ ਕਿਹੜੇ ਨੇ ਵਾਟਰ ਸਕॉच ਤੇ ਚਾਕਲੇਟ। ਕਿਹੜੇ ਨੇ ਵਾਟਰ ਸਕॉच ਤੇ ਚਾਕਲੇਟ ਨੇ। ਥਰਡ ਕੁਐਸਚਨ ਆਪਣਾ ਕੀ ਹੈ, ਵਾਟ ਇਜ਼ ਦਾ ਐਬਸੋਲੂਟ ਡਿਫਰੈਂਸ ਕੁਆਂਟੀਟੀ।
kg ਦੇ ਵਿੱਚ ਕਿਹਦੇ ਵਿੱਚ ਰੈਸਪਬੇਰੀ ਅਤੇ ਸਟ੍ਰਾਬੇਰੀ ਟੂਗੈਦਰ ਪਾਰਲਰ P ਤੇ Q। ਆਪਾਂ ਪਾਰਲਰ ਜਿਹੜਾ P ਆ ਤੇ Q ਆ ਉਹਦੀ ਸਟ੍ਰਾਬੇਰੀ ਤੇ ਰੈਸਪਬੇਰੀ ਦੇਖਾਂਗੇ, ਉਸ ਤੋਂ ਬਾਅਦ Q ਦੀ ਦੇਖਾਂਗੇ। ਦੋਵਾਂ ਦੇ ਵਿੱਚ ਡਿਫਰੈਂਸ ਦੀ ਗੱਲ ਕਰਦੇ ਹਾਂ। ਆਪਾਂ ਗੱਲ ਕਰੀਏ ਆਪਣੇ ਕੋਲੇ ਪਹਿਲਾਂ ਗੱਲ ਕਰਦੇ ਹਾਂ P ਦੀ। P ਦੇ ਵਿੱਚ ਆਪਣੇ ਕੋਲੇ ਸਟ੍ਰਾਬੇਰੀ ਤੇ ਰੈਸਪਬੇਰੀ ਕਿਹੜੀ ਆਪਣੇ ਕੋਲੇ ਸਟ੍ਰਾਬੇਰੀ ਤੇ ਰੈਸਪਬੇਰੀ ਕਿੰਨਾ ਬਣ ਗਿਆ 6 ਤਾਂ ਕਿੰਨਾ ਬਣ ਗਿਆ 36%। ਠੀਕ ਆ, ਆਪਾਂ ਦੇਖਾਂਗੇ 250 ਦਾ 70% ਡਿਫਰੈਂਸ ਦੇਖਣਾਗਾ। ਇੱਧਰ ਆਪਣੇ ਕੋਲੇ ਕਿਹੜੇ ਨੇ ਸਟ੍ਰਾਬੇਰੀ ਕਿੰਨੀ ਆਪਣੇ ਕੋਲੇ 13 ਤੇ ਰੈਸਪਬੇਰੀ ਕਿੰਨੀ ਆ 21, ਕਿੰਨਾ ਹੋ ਗਿਆ 4, ਕਿੰਨਾ ਹੋ ਗਿਆ ਆਪਣੇ ਕੋਲੇ 3 34%। ਕਿਹਦਾ 200 ਦਾ 34% ਕਿੰਨਾ ਹੋਊਗਾ ਆਪਣੇ ਕੋਲੇ 8 68 ਕਿੰਨਾ ਆ ਰਿਹਾ। ਇੱਧਰ 36% ਦੀ ਗੱਲ ਕਰੀਏ ਆਪਾਂ ਕੈਂਸਲ ਕਰੀਏ 5 ਤੇ ਕੈਂਸਲ ਕਰਾਂਗੇ, ਇਹਨੂੰ ਕਿੰਨਾ ਆ ਗਿਆ 2 ਆ ਗਿਆ, ਕਿੰਨਾ ਆ ਗਿਆ 18, ਕਿੰਨਾ ਆ ਗਿਆ 90। ਇਹਦੀ ਕਿੰਨੀ 90 90 ਕੁਆਂਟੀਟੀ ਆ, ਇਹਦੀ ਕਿੰਨੀ 68। ਡਿਫਰੈਂਸ ਕਿੰਨੇ ਦਾ ਆਪਣੇ ਕੋਲੇ 22 ਦਾ। ਡਿਫਰੈਂਸ ਕਿੰਨੇ ਦਾ ਆ ਰਹੇਗਾ 22 ਦਾ। ਆਪਾਂ ਨੂੰ ਡਿਫਰੈਂਸ ਹੀ ਪੁੱਛਿਆ ਸੀ ਤਾਂ ਇਹਦੇ ਵਿੱਚ ਆਨਸਰ ਕੀ ਆਊਗਾ A ਵਾਲਾ ਆਪਣੇ ਕੋਲੇ ਆਨਸਰ ਹੋਊਗਾ। ਤਾਂ ਜੇ ਆਪਾਂ ਇਹ ਗੱਲ ਕਰੀਏ ਜਿਹੜੀ ਆਪਣੀ ਕੋਲੇ ਇਹ ਪਜ਼ਲ ਸੀ ਜਾਂ DI ਬਣੀ ਹੋਈ ਸੀ ਸਿੰਪਲ ਸੀ, ਇਹਦੇ ਵਿੱਚ ਕੋਈ ਜ਼ਿਆਦਾ ਲੈਵਲ ਨਹੀਂ ਸੀ, ਇਹ ਸਾਰਾ ਕੁਝ ਕਰ ਸਕਦੇ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਅਗਲਾ ਕੁਐਸਚਨ, ਇਹ ਵੀ ਸਿੰਪਲ ਹੈ ਕੁਐਸਚਨ ਕਿ 3 ਪਾਰਟਨਰ ਨੇ N M N ਤੇ O। 3 ਪਾਰਟਨਰ ਨੇ ਆਪਣੇ ਕੋਲੇ N M ਤੇ O। ਇਹਦੇ ਵਿੱਚ ਕੀ ਕਹਿੰਦੇ ਆ ਇੱਕ ਅਸਾਈਨਮੈਂਟ ਇੱਕ ਕੰਮ ਕਰਦੇ ਆ, ਉਹਦੇ ਵਿੱਚ ਉਹਨਾਂ ਨੂੰ ਜਿਹੜੇ ਪੈਸੇ ਮਿਲੇ ਨੇ ਗੈਟ ਕੀਤੇ ਨੇ, ਕਿੰਨੇ ਪੈਸੇ ਮਿਲੇ ਨੇ ਉਹ 1240 ਰੁਪਏ ਮਿਲੇ ਨੇ। ਕਿਸ ਤਰ੍ਹਾਂ ਮਿਲੇ ਜਿਹੜਾ N ਆ N ਨੇ ਕਿੰਨੇ ਗੈਟ ਕੀਤੇ ਨੇ N ਨੇ ਗੈਟ ਕੀਤੇ ਨੇ N ਗੈਟ 3/5 ਆਫ M ਦਾ 3/5 N ਨੇ ਗੈਟ ਕੀਤਾਗਾ। ਤਾਂ ਮੈਂ ਗੱਲ ਕਰਾਂ ਤਾਂ ਆਪਣੇ ਕੋਲ ਕਿੰਨਾ ਬਣੂਗਾ, ਆਪਾਂ ਵੈਲਿਊ ਕੱਢ ਲੈਂਦੇ ਆ N ਨੀਚੇ ਚਲਾ ਜਾਊਗਾ ਆਪਣੇ ਕੋਲੇ। ਅਗਰ ਆਪਾਂ N ਨੂੰ ਨੀਚੇ ਲੈ ਕੇ ਜਾ ਰਹੇ ਹਾਂ ਤਾਂ ਆਪਾਂ ਕਹਿ ਰਹੇ ਹਾਂ N/M ਕਿਹਦੇ ਬਰਾਬਰ ਆਊਗਾ ਆਪਣੇ ਕੋਲੇ 3/5। ਇਸ ਤਰ੍ਹਾਂ ਕਰ ਸਕਦੇ ਹਾਂ। ਅੱਗੇ ਆਪਾਂ ਨੂੰ ਕਿਹਾਗਾ ਕਿ ਜਿਹੜਾ M ਨੇ ਕਿੰਨੇ ਗੈਟ ਕੀਤੇ ਨੇ M ਨੇ ਗੈਟ ਕਿੰਨੇ ਕੀਤੇ ਨੇ M ਗੈਟ 2/3 2/3 ਕਿਹਦਾ Q ਦਾ ਉਹਦਾ O ਦਾ। M ਕਿੰਨਾ ਗੈਟ ਕਰਦਾ 2/3 ਕਿਹਦਾ O ਦਾ। ਅੱਗੇ ਇਹਦਾ ਦੇਖੀਏ ਆਪਾਂ M ਪਾਉਣ O ਚਲਾ ਗਿਆ ਤਾਂ ਆਪਣੇ ਕੋਲ ਕਿੰਨਾ ਆਊਗਾ 2/3। ਉਸ ਤੋਂ ਬਾਅਦ ਆਪਾਂ ਕੀ ਦੇਖਣਾ N M ਤੇ O ਦਾ ਦੇਖਣਾ। ਜਦੋਂ ਅਸੀਂ MN ਦਾ O ਦਾ ਦੇਖੂਗੇ ਆਪਣੇ ਕੋਲ ਕਿੰਨਾ ਆ ਗਿਆ ਸੀ N ਆਪਣੇ ਕੋਲ 3 5 ਉਹ ਕਿੰਨਾ ਆ ਰਿਹਾ ਆਪਣੇ ਕੋਲ 2 ਤੇ 3 ਆ ਰਹੇਗਾ 5 ਆ ਗਿਆ 2 ਆ ਗਿਆ 6 ਆ ਗਿਆ ਤੇ 10 ਆ ਗਿਆ ਤੇ ਕਿੰਨਾ ਆ ਗਿਆ 15। ਤਾਂ ਕਿੰਨਾ ਅਨੁਪਾਤ ਆ ਰਿਹਾ 6 10 15। ਉਹਨਾਂ ਨੂੰ ਐਡ ਕਰਾਂਗੇ, ਐਡ ਕਰਕੇ ਕਿੰਨਾ ਆਊਗਾ 25 ਤੇ 31 31 ਪਾਰਟ ਆ ਗਏ। 31 ਪਾਰਟ 31 ਪਾਰਟ ਕਿਹਦੇ ਬਰਾਬਰ ਨੇ ਆਪਣੇ 1240 ਦੇ ਬਰਾਬਰ। ਇੱਕ ਪਾਰਟ ਕਿਹਦੇ ਬਰਾਬਰ ਹੈ 4 ਤੇ ਕੈਂਸਲ ਕਰਾਂਗੇ ਤਾਂ ਕਿੰਨਾ ਆ ਗਿਆ 40। ਇੱਕ ਪਾਰਟ ਕਿਹਦੇ ਬਰਾਬਰ ਆ ਗਿਆ 40 ਦੇ ਬਰਾਬਰ। N ਕੋਲੇ ਕਿੰਨਾ ਸ਼ੇਅਰ ਆ N ਕੋਲੇ ਕਿੰਨਾ ਸੀ ਆਪਣੇ ਕੋਲੇ 6 ਆ ਰਹੇਗਾ। ਇਹਨੂੰ 6 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਗਿਆ 24 ਨਾਲ ਲੱਗ 0 ਤਾਂ ਕਿੰਨਾ ਆਊਗਾ ਆਪਣੇ ਕੋਲੇ 240। ਇਹ ਆਪਣਾ ਆਨਸਰ ਹੋਊਗਾ। ਇਹ ਵੀ ਬਿਲਕੁਲ ਸਿੰਪਲ ਹੀ ਸਵਾਲ ਸੀ ਆਪਣਾ, ਰੇਸ਼ੋ ਦਾ ਕੁਐਸਚਨ ਸੀ, ਇਹ ਹੋ ਜਾਂਦਾ ਬੱਚੇ ਤੋਂ। ਅੱਗੇ ਆਪਾਂ ਗੱਲ ਕਰਦੇ ਹਾਂ X ਤੇ Y ਕੀ ਕਰਦੇ ਆ ਪਲੇ ਕਰਦੇ ਆ ਸ਼ੂਟਿੰਗ ਖੇਡ ਰਿਹਾ। ਉਹਦੇ ਵਿੱਚ ਕੀ ਕਹਿੰਦੇ ਨੇ ਕਿ ਜਿਹੜੀ X ਆ ਉਹ 7 ਟਾਈਮ ਟਰਨ ਕਰਦੀ ਆ Y ਐਵਰੀ 5 ਟਾਈਮ। X ਕਿੰਨਾ ਕਰ ਲੈਂਦੇ ਉਹ 7 ਕਰ ਲੈਂਦੇ ਆ, Y ਦੀ ਟਰਨ ਕਿੰਨੀ ਹੁੰਦੀ 5। ਜਦੋਂ ਨੂੰ Y ਦੀਆਂ 5 ਟਰਨਾਂ ਹੁੰਦੀਆਂ ਨੇ X ਕਿੰਨੀ ਕਰ ਲੈਂਦੇ 7 ਕਰ ਲੈਂਦੇ ਆ। ਉਸ ਤੋਂ ਬਾਅਦ ਕੀ ਕਹਿੰਦੇ ਆ ਵਟ ਹਿੱਟ ਬਾਲਸ, ਜਿਹੜੀ ਬਾਲ ਨੂੰ ਹਿੱਟ ਕਰਦਾ ਮਾਰਦਾ ਆਈਜ਼ ਓਨਲੀ 1 ਇਨ ਦਾ 3rd। ਇਹਦਾ ਮਤਲਬ 1/3 ਹਿੱਸਾ ਹਿੱਟ ਕਰਦਾ ਗਾ, 3 ਦੇ ਵਿੱਚੋਂ 1 ਹਿੱਸਾ ਹਿੱਟ ਕਰਦਾ ਗਾ। ਕੌਣ ਹਿੱਟ Y ਹਿੱਟ ਦੇਖੋ। ਅੱਛਾ X ਕਰਦਾ 1/3, ਜਿਹੜਾ Y ਕੀ ਕਰਦਾ ਅਲਟਰਨੇਟਲੀ ਟਰਨ। ਇਹਦਾ ਮਤਲਬ ਇੱਕ ਛੱਡ ਕੇ ਦੂਸਰੀ ਟਰਨ। ਇਹ ਕੀ ਨਾ ਕਰੋ 1/2 ਕਰੂਗਾ। ਅਲਟਰਨੇਟ ਲਿਖਿਆ ਨਾ ਇੱਕ ਟਰਨ ਛੱਡ ਕੇ ਦੂਸਰੀ ਟਰਨ ਹੁੰਦੀ। ਅੱਗੇ ਕੀ ਕਹਿੰਦੇ ਨੇ ਕਿ ਵੈਨ Y ਜਿਹੜਾ Y ਆ ਹੈਜ਼ ਮਿਸ ਜਿਹੜਾ Y ਨੇ ਮਿਸ ਕੀਤੀਆਂ ਨੇ ਕਿੰਨੇ ਕੀਤੇ ਨੇ 75 ਟਾਈਮਸ। ਤਾਂ X ਕਿੰਨੀਆਂ ਹਿੱਟ ਕਰੂਗੀ ਦੇਖੋ Y ਨੇ 1/2 ਇੱਕ Y ਹਿੱਟ ਕਰਦਾ ਇੱਕ ਮਿਸ ਕਰ ਦਿੰਦਾ, Y ਇੱਕ ਹਿੱਟ ਕਰਦਾ ਇੱਕ ਮਿਸ ਕਰ ਲੈਂਦਾ। ਤਾਂ ਆਪਾਂ ਇਹ ਕਹਿ ਸਕਦੇ Y ਨੇ ਕੀਤੀਆਂ ਨੇ 75 ਮਿਸ ਕੀਤੀਆਂ ਨੇ ਤੇ ਟੋਟਲ ਕਿੰਨੀਆਂ ਕੀਤੀਆਂ ਹੋਣਗੀਆਂ 75 ਉਹਨੇ ਮਿਸ ਕੀਤੀਆਂ ਤੇ 75 ਉਹਨੇ ਹਿੱਟ ਕੀਤੀਆਂ ਹੋਣਗੀਆਂ। ਤਾਂ ਟੋਟਲ ਕਿੰਨੇ ਹੋਣਗੇ ਇੱਕ ਪਾਰਟ 75 ਦੇ ਬਰਾਬਰ 2 ਕਿਹਦੇ ਬਰਾਬਰ ਹੋਊਗਾ 150। ਤਾਂ ਟੋਟਲ ਕਿੰਨੀਆਂ ਜਿਹੜੀਆਂ ਟਰਨ ਕੀਤੀਆਂ ਨੇ 150 ਕਿਹਦੇ ਬਰਾਬਰ ਆ 5 ਦੇ ਬਰਾਬਰ। ਇੱਕ ਪਾਰਟ ਕਿਹਦੇ ਬਰਾਬਰ ਆਊਗਾ ਆਪਣੇ ਕੋਲੇ 30 ਦੇ ਬਰਾਬਰ। ਇਹਦੇ 30 ਟਰਨ ਨੇ ਉਹਦੇ ਕਿਹਦੀਆਂ ਇੱਕ ਟਰਨ ਕਿਹਦੇ ਬਰਾਬਰ ਆ
5 ਟਰਨਾਂ ਕਿਹਦੇ ਬਰਾਬਰ 7 ਦੇ ਬਰਾਬਰ 7 ਹੀ ਕਿੰਨਾ ਗਿਆ 21 ਉਹਨੇ ਕਿੰਨੀਆਂ ਕੀਤੀਆਂ ਨੇ 21 ਟਰਨਾਂ 21 ਦੇ ਵਿੱਚੋਂ ਹਿੱਟ ਕਿੰਨੀਆਂ ਕੀਤੀਆਂ 1/3 ਤੀਜਾ ਹਿੱਸਾ ਉਹਨੇ ਹਿੱਟ ਕੀਤੀਆਂ ਤਾਂ ਕਿੰਨੀਆਂ ਕੀਤੀਆਂ ਉਹਨੇ 70 ਤਾਂ ਐਕਸ ਨੇ ਜਿਹੜੀਆਂ ਹਿੱਟ ਕੀਤੀਆਂ ਨੇ ਉਹ ਕਿੰਨੀਆਂ ਨੇ ਕੀਤੀਆਂ ਨੇ 70 ਬੀ ਆਪਣਾ ਆਨਸਰ ਹੋਊਗਾ ਆਪਣਾ ਆਨਸਰ ਕੀ ਆਊਗਾ ਇਹਦੇ ਵਿੱਚ ਬੀ ਆਪਣਾ ਆਨਸਰ ਹੋਊਗਾ ਇਹ ਵੀ ਇੱਕ ਠੀਕ ਲੈਵਲ ਦਾ ਸਵਾਲ ਸੀ ਇਹ ਹੋ ਸਕਦਾ ਸੀ ਅੱਗੇ ਦੇਖੋ ਜਿਹੜਾ ਆਹ ਵਾਲਾ ਕੁਐਸਚਨ ਹੈ ਇਹ ਕੁਐਸਚਨ ਜੇ ਆਪਾਂ ਨੂੰ ਇੱਕ ਫਾਰਮੂਲਾ ਹੁੰਦਾ ਆਪਾਂ ਉਹਦੇ ਹੀ ਹਿਸਾਬ ਨਾਲ ਨੂੰ ਸੋਲਵ ਕਰ ਸਕਦੇ ਸੀ ਇਹ ਕੁਐਸਚਨ ਕਹਿੰਦਾ ਹਾਊ ਮੈਨੀ ਨੇਚਰਲ ਨੰਬਰ ਕਿੰਨੇ ਨੇਚਰਲ ਨੰਬਰ ਨੇ ਹੈਵਿੰਗ ਐਟ ਮੋਸਟ 5 ਡਿਜਿਟ ਹੈਵਿੰਗ ਦਾ ਸਮ ਆਫ देयर ਡਿਜਿਟਸ ਅਸ ਦਾ ਮੋਸਟ 6 5 ਡਿਜਿਟ ਦਾ ਜਿਹੜਾ ਸਮ ਆਫ 6 ਦੇਖੋ ਇਹਦੇ ਲਈ ਫਾਰਮੂਲਾ ਲਾਉਣਾ ਸੀ ਆਪਾਂ ਇੱਕ m + n ਮਾਈਨਸ 1 c ਅਤੇ n ਮਾਈਨਸ 1 ਇਹ ਬੱਚਾ ਉਹੀ ਬੱਚਾ ਇਸ ਸਵਾਲ ਨੂੰ ਸੋਲਵ ਕਰ ਸਕਦਾ ਸੀ ਜਿਹਨੂੰ ਇਹ ਫਾਰਮੂਲਾ ਪਤਾ ਸੀ ਅੱਗੇ ਦੇਖੋ ਆਪਣੇ ਕੋਲ ਜਿਹੜਾ ਇਹ ਸਵਾਲ ਸੀ ਇਹ ਵੀ ਆਪਣੇ ਕੋਲ ਇੱਕ ਸਿੰਪਲ ਹੀ ਸਵਾਲ ਸੀ ਇਹਦੇ ਵਿੱਚ ਕੀ ਕੀਤਾ ਸੀ ਆਪਾਂ ਦੋ ਸਕੂਟਰੀਆਂ ਨੇ ਸੇਮ ਪ੍ਰਾਈਸ ਤੇ ਸੇਲ ਕੀਤੀਆਂ ਨੇ ਇੱਕ ਨੂੰ 10% ਆਪਣੇ ਕੋਲ ਪ੍ਰੋਫਿਟ ਹੋਇਆਗਾ ਦੂਸਰੇ ਤੇ ਕੀ ਆ 10% ਆਪਣੇ ਕੋਲੇ ਦੂਸਰਾ ਜਿਹੜਾ ਵੇਚਿਆ ਉਹ ਆਪਾਂ ਨੂੰ ਪਤਾ ਨਹੀਂ ਕਿੰਨਾ ਆਪਾਂ ਨੂੰ ਲਾਸ ਹੋਇਆਗਾ ਪਰ ਜਿਹਨੂੰ ਆਪਾਂ ਨੂੰ ਓਵਰਆਲ ਜਿਹੜਾ ਲਾਸ ਹੋਇਆ ਕਿੰਨਾ ਹੋਏਗਾ 12% ਜਿਹੜਾ ਆਪਾਂ ਨੂੰ ਓਵਰਆਲ ਜਿਹੜਾ ਲਾਸ ਹੈ ਉਹ ਕਿੰਨਾ ਹੋਏਗਾ 12% ਤਾਂ ਆਪਾਂ ਐਵੇਂ ਕਹਿ ਸਕਦੇ ਸੀ ਕਿ ਸੇਮ ਪ੍ਰਾਈਸ ਤੇ ਜਿਹੜੀ ਪਹਿਲੀ ਆਪਾਂ ਸਕੂਟਰੀ ਉਹ 100 ਰੁਪਏ ਦੀ ਸੀ ਪਹਿਲੇ ਕਿੰਨੇ ਦੀ ਖਰੀਦੀ 100 ਦੀ 10% ਪ੍ਰੋਫਿਟ ਤੇ ਵੇਚਣ ਦਾ ਮਤਲਬ ਕਿੰਨੇ ਦੇ ਵੇਚਿਆ 110 ਦੀ ਕਿੰਨੇ ਤੇ ਵੇਚਿਆਗਾ 110 ਤੇ ਆਪਾਂ ਜਿਹੜੀ ਸਕੂਟਰੀ ਸੀ ਉਹ ਕਿੰਨੇ ਦੀ ਸੀ 100 ਰੁਪਏ ਦੀ ਉਹ ਵੇਚੀ ਹੈ 110 ਤੇ ਕਿੰਨੇ ਦੇ ਵਿੱਚ 110 ਤੇ ਉਸ ਤੋਂ ਬਾਅਦ ਦੂਸਰੀ ਸਕੂਟਰੀ ਦਾ ਆਪਾਂ ਨੂੰ ਖਰੀਦ ਮੁੱਲ ਨਹੀਂ ਪਤਾ ਪਰ ਉਹਨੂੰ ਵੇਚੀ ਸੇਮ ਰੇਟ ਤੇ ਕਿੰਨੇ ਤੇ 110 ਤੇ ਪਹਿਲੀ ਵੀ ਆਪਾਂ 110 ਤੇ ਵੇਚੀ ਸੀ ਤੇ ਦੂਸਰੀ ਵੀ ਆਪਾਂ ਕਿੰਨੇ ਤੇ ਵੇਚੀ ਸੀ 110 ਤੇ ਐਂਡ ਤੇ ਆਪਾਂ ਨੂੰ ਕੀ ਹੋਇਆ ਕਿ ਲਾਸ ਹੋਇਆ 12% ਦਾ ਯਾਨੀ ਕਿ 100 ਰੁਪਏ ਦੀ ਚੀਜ਼ ਕਿੰਨੇ ਦੀ ਵੇਚੀ 88 ਰੁਪਏ ਦੀ ਕੈਂਸਲ ਕਰਾਂ ਤਾਂ 25 ਦੀ ਚੀਜ਼ ਆਪਾਂ 22 ਤੇ ਵੇਚਤੀ 4 ਤੇ ਕੈਂਸਲ ਕੀਤਾ ਸੀ ਇਹਨਾਂ ਦੋਵਾਂ ਨੂੰ ਜੋੜਾਂ ਤੇ ਕਿੰਨਾ ਬਣ ਗਿਆ 220 ਕਿਹਦੇ ਬਰਾਬਰ ਆ 22 ਦੇ ਬਰਾਬਰ ਇੱਕ ਕਿਹਦੇ ਬਰਾਬਰ ਆਊਗਾ 10 ਦੇ ਬਰਾਬਰ ਇੱਕ ਆਪਣੇ ਕੋਲ 10 ਦੇ ਬਰਾਬਰ ਆ ਇੱਧਰ ਟੋਟਲ ਕਿੰਨੇ ਨੇ ਪਾਰਟ 25 ਜੇ ਆਪਣੇ ਕੋਲ ਇੱਕ ਪਾਰਟ 10 ਦੇ ਬਰਾਬਰ ਆ ਤਾਂ 25 ਪਾਰਟ ਕਿਹਦੇ 10 ਇੰਟੂ ਕਰਾਂਗੇ ਤਾਂ ਕਿਹਦੇ ਆਉਣਗੇ 250 ਦੇ ਬਰਾਬਰ ਇਹਦਾ ਮਤਲਬ ਜਿਹੜੀ ਦੂਸਰੀ ਆਪਣੇ ਕੋਲ ਸਕੂਟਰੀ ਦਾ ਖਰੀਦ ਮੁੱਲ ਕਿੰਨਾ ਹੋਊਗਾ 150 ਕਿੰਨਾ ਹੋਊਗਾ 150 ਜੇ ਆਪਾਂ ਦੋਨਾਂ ਨੂੰ ਐਡ ਕਰੀਏ 100 ਤੇ 150 ਕਿੰਨਾ ਬਣ ਗਿਆ 250 ਠੀਕ ਆ ਹੁਣ ਆਪਾਂ ਨੂੰ ਪਤਾ ਕਰਨਾ ਜਿਹੜੀ ਦੂਸਰੀ ਸਕੂਟਰੀ ਆ ਉਹ ਸੇਲ ਕੀਤੀ ਹੈ ਕਿੰਨੇ ਲਾਸ ਤੇ ਸੇਲ ਕੀਤੀ ਆ ਦੇਖੋ 150 ਦਾ ਖਰੀਦ ਮੁੱਲ ਕਿੰਨਾ ਸੀ ਉਹਦਾ 150 ਹੁਣ ਆਪਾਂ ਸੇਲ ਕਰਤਾ 110 ਤੇ 150 ਦਾ ਰੇਟ ਸੀ ਸੇਲ ਕਿੰਨੇ ਤੇ ਕਰਤਾ 110 ਤੇ 110 ਦੇਖਾਂਗੇ ਤਾਂ ਕਿੰਨੇ ਦਾ ਲਾਸ ਹੋਇਆ 40 ਦਾ ਕਿੰਨੇ ਵਿੱਚ 150 ਗੁਣਾ 100 ਸੋਲਵ ਕਰੀਏ ਕਿੰਨਾ ਆ ਗਿਆ 3 ਕਿੰਨਾ ਆ ਗਿਆ 2 ਕਿੰਨਾ ਆ ਗਿਆ ਆਪਣੇ ਕੋਲ 80 ਅਪੋਨ ਕਿੰਨਾ ਆ ਗਿਆ 3 ਸੋਲਵ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ 27% ਕੁਛ ਆਊਗਾ ਜਿਹੜਾ ਆਨਸਰ ਆਪਣੇ ਕੋਲੇ 27% ਲਾਸ ਬੀ ਵਾਲਾ ਆਪਣੇ ਕੋਲੇ ਆਨਸਰ ਆਊਗਾ ਇਹ ਵੀ ਆਪਣਾ ਸਿੰਪਲ ਸਵਾਲ ਸੀ ਹੋ ਸਕਦਾ ਸੀ ਅੱਗੇ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਪਰਮੂਟੇਸ਼ਨ ਦਾ ਕੁਐਸਚਨ ਆਇਆ ਕਿ ਆਊਟ ਆਫ 8 ਸਟੂਡੈਂਟ ਇਨ ਦਾ ਸੈਕਸ਼ਨ ਅਲਫਾ ਆਪਣੇ ਕੋਲ ਅਲਫਾ ਸੈਕਸ਼ਨ ਆ ਉਹਦੇ ਵਿੱਚ 8 ਸਟੂਡੈਂਟ ਨੇ ਫਿਰ ਆਪਣੇ ਕੋਲੇ ਬੀਟਾ ਗਾ ਅਲਫਾ ਤੋਂ ਬਾਅਦ ਕਿਹੜਾ ਗਾ ਬੀਟਾ ਦੇ ਵਿੱਚ ਕਿੰਨੇ ਨੇ ਆਪਣੇ ਕੋਲੇ ਬੀਟਾ ਦੇ ਵਿੱਚ 10 ਸਟੂਡੈਂਟ ਨੇ ਤੇ ਆਪਣੇ ਕੋਲੇ ਗਾਮਾ ਗਾ ਅਲਫਾ ਬੀਟਾ ਗਾਮਾ ਤੇ ਗਾਮਾ ਦੇ ਵਿੱਚ ਕਿੰਨੇ ਨੇ ਆਪਣੇ ਕੋਲੇ ਗਾਮਾ ਦੇ ਵਿੱਚ ਹੈਗੇ ਨੇ 12 ਅਲਫਾ ਦੇ ਵਿੱਚ 8 ਨੇ ਬੀਟਾ ਦੇ ਵਿੱਚ ਕਿੰਨੇ 10 ਤੇ ਗਾਮਾ ਦੇ ਵਿੱਚ ਕਿੰਨੇ ਨੇ 12 ਇੱਕ ਸਟੂਡੈਂਟ ਟੀਚਰ ਚਾਹੁੰਦਾ ਗਾ ਕ੍ਰੀਏਟ ਕਰਨਾ ਇੱਕ ਟੀਮ ਬਣਾਉਣਾ ਚਾਹੁੰਦਾ ਗਾ ਕਾਦੇ ਵਾਸਤੇ ਇੰਟਰ ਸਕੂਲ ਮਤਲਬ ਸਕੂਲਾਂ ਦੀ ਅਲਫਾ ਬੀਟਾ ਗਾਮਾ ਦੀ ਮਿਕਸ ਇੱਕ ਟੀਮ ਬਣਾਉਣਾ ਚਾਹੁੰਦਾ ਗਾ ਕੁਇਜ਼ ਵਾਸਤੇ ਕੰਪੀਟੀਸ਼ਨ ਕੁਇਜ਼ ਵਾਸਤੇ ਤੇ ਉਹਨਾਂ ਦੇ ਵਿੱਚੋਂ ਕੀ ਕਹਿੰਦਾਗਾ ਕਿੰਨੇ ਜਾਣੇ ਲੈਣਾ ਚਾਹੁੰਦਾ 3 ਰਿਪਰੈਜ਼ੈਂਟੇਸ਼ਨ ਹੋਣਾ ਕੰਡੀਸ਼ਨ ਇਹ ਆ ਕਿ ਸੇਮ ਕਲਾਸ ਦੇ ਮਤਲਬ ਸੇਮ ਅਲਫਾ ਦੇ ਨਾ ਹੋਣ ਸੇਮ ਹੀ ਅਲਫਾ ਦੇ ਨਾ ਆ ਜਾਣ ਸਾਰੇ ਬੀਟਾ ਦੇ ਨਾ ਆ ਜਾਣ ਗਾਮਾ ਦੇ ਨਾ ਆ ਜਾਣ ਸੇਮ ਸੈਕਸ਼ਨ ਦੇ ਨਾ ਹੋਣ ਤਾਂ ਦੇਖੋ ਇੱਕ ਤਾਂ ਆਪਾਂ ਜੇ ਨਾਰਮਲ ਇਹਨੂੰ ਸਿਲੈਕਟ ਕਰਾਂਗੇ ਆਪਾਂ ਕਿੰਨੇ ਬਣ ਗਏ ਟੋਟਲ 30 8 10 18 ਤੇ 12 ਕਿੰਨੇ ਬਣ ਗਏ 30 ਤੇ ਉਸ ਤੋਂ ਬਾਅਦ ਕਿੰਨੇ ਸਿਲੈਕਟ ਕਰਨੇ ਆ 3 ਤਾਂ ਆਪਾਂ ਕਹਾਂਗੇ 30 ਇਨਟੂ ਕਿੰਨਾ ਆ ਗਿਆ 29 ਇਨਟੂ ਕਿੰਨਾ ਆ ਗਿਆ 28 ਅਪੋਨ ਕਿੰਨਾ ਆ ਗਿਆ ਆਪਣੇ ਕੋਲੇ 3 27 ਇਹਦੇ ਨਾਲ ਕੈਂਸਲ ਹੋ ਗਿਆ 3 ਫੈਕਟੋਰੀਅਲ ਖੋਲਾਂਗੇ ਤਾਂ ਕਿੰਨਾ ਬਣ ਗਿਆ 2 ਕੈਂਸਲ ਕਰਾਂਗੇ ਤਾਂ ਕਿੰਨਾ ਆ ਗਿਆ 6 ਇਨਟੂ 5 ਆ ਗਿਆ ਇਹਦਾ ਆਪਾਂ ਨਾਰਮਲ ਕੀ ਕਰ ਲਏ ਜਿਹੜੇ ਬੱਚੇ ਆਪਾਂ ਸਿਲੈਕਟ ਕਰ ਲਏ ਸੀ 3 ਕੁਇਜ਼ ਵਾਸਤੇ ਉਹ ਸਿਲੈਕਟ ਕਰ ਲਏ ਹੁਣ ਕੰਡੀਸ਼ਨ ਕੀ ਸੀ ਕਿ ਇਸ ਟੀਮ ਦੇ ਵਿੱਚ ਸੇਮ ਸੈਕਸ਼ਨ ਦੇ ਨਾ ਹੋਣੇ ਚਾਹੀਦੇ ਜੇ ਆਪਾਂ ਸੇਮ ਸੈਕਸ਼ਨ ਮੰਨ ਲਓ 8 ਸੈਕਸ਼ਨ ਤੋਂ ਸਿਲੈਕਟ ਕਰਦੇ ਤਾਂ ਆਪਾਂ ਕੀ ਕਰਦੇ 8 ਪੀਸੀ ਕਰਦੇ 8 ਤੋਂ ਬਾਅਦ ਕਿੰਨਾ 7 ਫਿਰ ਕਿੰਨਾ ਆ ਗਿਆ 6 ਇਹਦੇ ਪੂਰੇ ਕਿੰਨਾ ਹੋਊਗਾ 3 ਨੂੰ ਆਪਾਂ ਕੀ ਕਰਾਂਗੇ ਆਪਾਂ ਕੈਂਸਲ ਕਰ ਲਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ 8 ਜੇ ਆਪਾਂ 10 ਦੇ ਕਰਦੇ 10 9 ਕਿੰਨਾ ਆ ਗਿਆ 8 10 9 8 ਆ ਗਿਆ ਨੀਚੇ ਕਿੰਨਾ ਆ ਗਿਆ 3 ਕਿਉਂਕਿ 7 ਕੈਂਸਲ ਹੋ ਗਿਆ ਉਸ ਤੋਂ ਬਾਅਦ ਅੱਗੇ ਆਪਾਂ ਮਾਈਨਸ ਕਰਦੇ ਹਾਂ ਅੱਗੇ ਆਪਣੇ ਕੋਲ ਕਿੰਨੇ ਆ 12 11 ਤੇ 10
12 10 ਤੇ 3 ਆਪਾਂ ਇਹਦੇ ਨੀਚੇ ਕੈਂਸਲ ਕਰਾਂਗੇ। ਹੁਣ ਦੇਖੋ ਆਪਾਂ ਮਲਟੀਪਲਾਈ ਕਰੀਏ, ਇਹਦੀ 5 ਆ ਗਿਆ, 5 ਆਪਣੇ ਕੋਲ ਕਿੰਨਾ ਆ ਗਿਆ 40 60 ਆ ਗਿਆ। ਮਲਟੀਪਲਾਈ ਕਰੋਗੇ 29 28 ਦੇ ਨਾਲ ਇੰਟੂ 5 ਕਰਾਂਗੇ ਤਾਂ 40 ਆ ਗਿਆ। ਮੈਂਸ ਕਰਦੇ ਆਪਾਂ 6 ਦੇ ਨਾਲ 6 ਕੈਂਸਲ ਹੋ ਗਿਆ, ਕਿੰਨਾ ਆ ਗਿਆ 57 ਆ ਗਿਆ। ਅੱਗੇ ਆਪਾਂ ਮਲਟੀਪਲਾਈ ਕਰਦੇ ਪਹਿਲਾਂ ਕੈਂਸਲ ਕਰਦੇ 3 ਆ ਗਿਆ, 3 ਤੋਂ ਬਾਅਦ ਕਿੰਨਾ ਆ ਗਿਆ 5, ਕਿੰਨਾ ਆ ਗਿਆ ਆਪਣੇ ਕੋਲ 15 15 8 ਕਿੰਨਾ ਹੁੰਦਾ 120 ਆ ਗਿਆ। ਅੱਗੇ ਦੇਖਦੇ ਆਪਾਂ 6 ਮਾਈਨਸ ਕਰਨਾ ਹੈ 2 ਕਿਹਾ ਤਾਂ 5 ਆ ਗਿਆ, ਇਹਨੂੰ ਆਪਾਂ ਕੈਂਸਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਹੋਊਗਾ 4 ਆਊਗਾ। 44 ਨੂੰ ਅਗਰ ਆਪਾਂ 5 ਦੇ ਨਾਲ 20 ਆ ਗਿਆ ਤੇ ਆਪਣੇ ਕੋਲ 20 ਤੇ ਕਿੰਨਾ ਆ ਗਿਆ 20 ਆ ਗਿਆ ਤੇ 22 ਕਿੰਨਾ ਆ ਗਿਆ 220 ਠੀਕ ਹੈ। ਜਦੋਂ ਇਹਨੂੰ ਆਪਾਂ ਇਹਦੇ ਚੋਂ ਮਾਈਨਸ ਕਰਾਂਗੇ ਆਪਣੇ ਕੋਲ 3664 ਆਨਸਰ ਆਊਗਾ। ਇਹ ਆਪਣਾ ਕੀ ਆਊਗਾ ਆਨਸਰ ਆਊਗਾ। ਇਹ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਅੱਗੇ ਦੇਖਦੇ ਹਾਂ ਆਪਣੇ ਕੋਲੇ ਇਹ ਵੀ ਆਪਾਂ ਜਦੋਂ ਆਪਾਂ ਨਾਇਬ ਤਹਿਸੀਲਦਾਰ ਦਾ ਪੇਪਰ ਦੇਖਿਆ ਜੀ, ਪਿਛਲਾ ਪੇਪਰ ਆਪਾਂ ਡਿਸਕਸ ਕੀਤਾ ਸੀ, ਉਹਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀ ਪਜ਼ਲ ਦੇਖਣ ਨੂੰ ਮਿਲੀ ਸੀ। ਸੇਮ ਡਿਟੋ ਇਸ ਤਰ੍ਹਾਂ ਦੀ ਪਜ਼ਲ ਸੀ, ਬਸ ਉਹਦੇ ਵਿੱਚ ਆਪਾਂ ਨੂੰ ਗੇਮਸ ਦੀ ਗੱਲ ਕੀਤੀ ਸੀ ਤੇ ਆਪਾਂ ਨੂੰ ਕੀ ਕੀਤਾ ਰਿਜ਼ਲਟ ਦੀ ਗੱਲ ਕੀਤੀ ਆ ਕਿ ਇੱਕ ਸਕੂਲ ਦਾ ਰਿਜ਼ਲਟ ਆਏਗਾ, ਕਿਹੜੀ ਕਲਾਸ ਦਾ 12ਵੀਂ ਕਲਾਸ ਦਾ ਮਿਡ ਆਪਣੇ ਕੋਲੇ ਸਮੈਸਟਰ ਸੀ। ਉਹਦੇ ਵਿੱਚੋਂ ਕੀ ਹੋਇਆ ਕਿ ਬੱਚੇ ਕੀ ਡਿਸਅਪੀਅਰ ਹੋਏ, ਉਦਾਸ ਹੋਏ। ਜਦੋਂ ਰਿਜ਼ਲਟ ਦੇਖਿਆ, ਰਿਜ਼ਲਟ ਦੇ ਵਿੱਚ 52% ਜਿਹੜੇ ਬੱਚੇ ਆ ਉਹ ਜੀਓਗ੍ਰਾਫੀ ਦੇ ਵਿੱਚੋਂ ਪਾਸ ਹੋਏ ਸੀ ਤੇ 49% ਬੱਚੇ ਕੀ ਹਿਸਟਰੀ ਦੇ ਵਿੱਚੋਂ ਪਾਸ ਹੋਏ ਨੇ। 38% ਜਿਹੜੇ ਬੱਚੇ ਆ ਉਹ ਬਾਇਓਲੋਜੀ ਦੇ ਵਿੱਚੋਂ ਪਾਸ ਹੋਏ ਨੇ। ਉਸ ਤੋਂ ਬਾਅਦ ਓਨਲੀ 9% ਸਟੂਡੈਂਟ ਜਿਹੜੇ ਪਾਸ ਹੋਏ ਆ ਆਲ ਸਬਜੈਕਟ ਇਹਨਾਂ ਦੇ ਵਿੱਚੋਂ ਹੋਏ ਨੇ। ਫਿਰ ਆਪਾਂ ਨੂੰ ਦਿੱਤਾ ਜਿਵੇਂ ਜੀਓਗ੍ਰਾਫੀ ਤੇ ਹਿਸਟਰੀ ਦੇ ਵਿੱਚੋਂ 17% ਨੇ। ਉਸ ਤੋਂ ਬਾਅਦ 16% ਆਪਣੇ ਕੋਲ ਬੱਚੇ ਨੇ ਜੀਓਗ੍ਰਾਫੀ ਤੇ ਬਾਇਓਲੋਜੀ ਦੇ ਵਿੱਚੋਂ ਨੇ ਤੇ 15% ਬੱਚੇ ਹਿਸਟਰੀ ਤੇ ਬਾਇਓਲੋਜੀ ਦੇ ਵਿੱਚ ਨੇ। ਤਾਂ ਨੰਬਰ ਆਫ ਸਟੂਡੈਂਟ ਐਗਜ਼ਾਮ, ਉਸ ਤੋਂ ਬਾਅਦ ਇਹ ਨੇਚਰ ਆਪਾਂ ਨੂੰ ਕੀ ਦਿੱਤੇ ਹੋਏ ਕੁਐਸਚਨ ਦਿੱਤੇ ਹਨ ਸੋਲਵ ਕਰਨ ਦੇ। ਆਪਾਂ ਦੇਖੋ ਗੱਲ ਕਰੀਏ, ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕੀ ਕਰਨਾ ਹੁੰਦਾ, ਜਿਹੜੇ ਸਾਰੇ ਸਬਜੈਕਟ ਜੋ ਪਾਸ ਹੋਇਆ ਉਹਨਾਂ ਨੂੰ ਲੈ ਲੈਣਾ। ਪਹਿਲਾਂ ਡਾਇਗਰਾਮ ਬਣਾਵਾਂਗੇ ਆਪਾਂ ਓਵਰਲੈਪਿੰਗ ਦੀ ਆਪਾਂ ਡਾਇਗਰਾਮ ਬਣਾ ਰਹੇ ਹਾਂ। ਆਪਣੇ ਕੋਲ ਇਸ ਤਰ੍ਹਾਂ ਦੀ ਡਾਇਗਰਾਮ ਬਣੂਗੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਾਰੇ ਤਿੰਨਾਂ ਦੇ ਵਿੱਚੋਂ ਪਾਸ ਹੋਏ ਸੀ ਉਹ ਕਿੰਨੇ ਹੋਏ ਨੇ ਆਪਣੇ ਕੋਲੇ, ਜਿਹੜੇ ਤਿੰਨਾਂ ਦੇ ਵਿੱਚੋਂ ਪਾਸ ਹੋਏ ਨੇ ਆਪਣੇ ਕੋਲੇ 17%। ਹਿਸਟਰੀ ਦੇ ਵਿੱਚੋਂ ਹੋਇਆ 9% ਸਟੂਡੈਂਟ ਪਾਸ ਇਨ 3 ਸਬਜੈਕਟ। 9% ਸਟੂਡੈਂਟ ਨੇ ਜਿਹੜੇ 3 ਸਬਜੈਕਟ ਦੇ ਵਿੱਚੋਂ ਪਾਸ ਹੋਇਆ, ਤਾਂ ਆਪਾਂ 9% ਨੂੰ ਇੱਥੇ ਲਿਖਾਂਗੇ ਕਿ ਉਹ ਹਿਸਟਰੀ ਦੇ ਵਿੱਚੋਂ ਵੀ ਪਾਸ ਨੇ, ਜੀਓਗ੍ਰਾਫੀ ਦੇ ਵਿੱਚੋਂ ਵੀ ਪਾਸ ਨੇ ਤੇ ਬਾਇਓਲੋਜੀ ਦੇ ਵਿੱਚੋਂ ਵੀ ਪਾਸ ਨੇ। ਇਹ ਤਾਂ ਆਪਾਂ ਉਹ ਲਿਖ ਲਏ ਜਿਹੜੇ ਤਿੰਨਾਂ ਦੇ ਵਿੱਚੋਂ ਆਏ ਸੀ। ਹੁਣ ਆਪਾਂ ਉਹ ਲਿਖਦੇ ਹਾਂ ਜਿਹੜੇ 2 ਦੇ ਵਿੱਚੋਂ ਹੋਏ ਸੀ। 17% ਸਟੂਡੈਂਟ ਨੇ ਜਿਹੜੇ ਜੀਓਗ੍ਰਾਫੀ, ਇੱਥੇ ਜੀਓਗ੍ਰਾਫੀ ਲਿਖ ਲੈਂਦੇ ਆ, ਉਰੇ ਹਿਸਟਰੀ ਲਿਖ ਲੈਂਦੇ ਆ, ਉਰੇ ਆਪਾਂ ਬਾਇਓਲੋਜੀ ਲਿਖ ਲੈਂਦੇ ਆ। 17% ਸਟੂਡੈਂਟ ਉਹ ਨੇ ਜਿਹੜੇ ਜੀਓਗ੍ਰਾਫੀ ਤੇ ਹਿਸਟਰੀ। ਜੀਓਗ੍ਰਾਫੀ ਤੇ ਹਿਸਟਰੀ ਦੇ ਵਿੱਚੋਂ ਕਿੰਨੇ 17%, 9 ਤਾਂ ਆ ਗਏ ਤਾਂ ਕਿੰਨੇ ਰਹਿਣਗੇ 8, ਕਿਉਂਕਿ 8 ਤੇ 16 ਤੇ 17 ਹੋ ਗਏ। ਉਸ ਤੋਂ ਬਾਅਦ ਅੱਗੇ ਕਿਹਾ ਆਪਾਂ ਨੂੰ 16% ਸਟੂਡੈਂਟ ਨੇ ਉਹ ਨੇ ਜਿਹੜੇ ਜੀਓਗ੍ਰਾਫੀ ਤੇ ਬਾਇਓ। ਜੀਓਗ੍ਰਾਫੀ ਤੇ ਬਾਇਓ ਦੇ ਵਿੱਚ 9 ਹੈਗੇ ਨੇ, 16 ਹੋਣਾ ਤਾਂ 7 ਆ ਗਏ। ਉਸ ਤੋਂ ਬਾਅਦ ਆਪਣੇ ਕੋਲੇ 15% ਹਿਸਟਰੀ ਤੇ ਬਾਇਓ। ਹਿਸਟਰੀ ਤੇ ਬਾਇਓ ਦੇ ਵਿੱਚੋਂ 15 ਨੇ, 9 ਆਪਣੇ ਕੋਲ ਹੈਗੇ ਤੇ ਕਿੰਨੇ ਰਹਿ ਗਏ 6। ਇਹ ਆਪਣੇ ਕੋਲ ਉਹ ਬੱਚੇ ਆ ਗਏ ਜਿਹੜੇ ਕਾਮਨ 2 ਸਬਜੈਕਟਾਂ 'ਚ ਪਾਸ ਹੋਇਆ ਤੇ ਜਿਹੜੇ 3 ਸਬਜੈਕਟਾਂ 'ਚ ਪਾਸ ਹੋਏ ਸੀ ਉਹ ਕਿੰਨੇ ਆਪਣੇ ਕੋਲ 9%। ਹੁਣ ਅੱਗੇ ਗੱਲ ਆਪਾਂ ਨੂੰ ਕਹਿੰਦੇ ਨੇ ਕਿ 52% ਸਟੂਡੈਂਟ ਨੇ ਉਹ ਜਿਹੜੇ ਆਪਣੇ ਕੋਲੇ ਜੀਓਗ੍ਰਾਫੀ ਦੇ ਵਿੱਚੋਂ ਪਾਸ ਹੋਏ। ਕਿੰਨੇ 52%। 52% ਦੇਖੋ ਇਹਨਾਂ ਨੂੰ ਆਪਾਂ ਜੋੜੀਏ ਤਾਂ ਆਪਣੇ ਕੋਲ ਕਿੰਨਾ ਬਣ ਗਿਆ 8 ਤੇ 16 ਤੇ 24। 24 ਦੇ ਵਿੱਚੋਂ ਆਪਾਂ ਕੀ ਕਰਦੇ ਹਾਂ 52 ਦੇ ਵਿੱਚੋਂ 24 ਨੂੰ ਆਪਾਂ ਮਾਈਨਸ ਕਰਦੇ ਹਾਂ ਤਾਂ ਕਿੰਨਾ ਬਣ ਗਿਆ 8। ਤਾਂ ਉਰੇ ਕਿੰਨਾ ਬਣ ਗਿਆ ਆਪਣੇ ਕੋਲ 28% ਓਨਲੀ ਆਪਣੇ ਕੋਲ ਜੀਓਗ੍ਰਾਫੀ ਆ ਗਈ। ਉਸ ਤੋਂ ਬਾਅਦ ਆਪਣੇ ਕੋਲ ਕੀ ਆਗਾ ਹਿਸਟਰੀ ਦੇ ਵਿੱਚੋਂ 49% ਪਾਸ ਇਨ ਹਿਸਟਰੀ। ਹਿਸਟਰੀ ਦੇ ਵਿੱਚੋਂ 49, ਹਿਸਟਰੀ ਦੇ ਵਿੱਚੋਂ ਕਿੰਨੇ ਨੇ 49। ਹਿਸਟਰੀ ਦੇ ਵਿੱਚ ਕਿੰਨੇ ਬਣ ਗਏ ਆਪਣੇ ਕੋਲ, ਆਹ ਵਾਲੇ ਹਿਸਟਰੀ ਦੇ ਬਣ ਗਏ ਆਪਣੇ ਕੋਲ 14, 14 ਤੇ 9 ਕਿੰਨਾ ਬਣ ਗਿਆ 23। ਤਾਂ ਕਿੰਨੇ ਆ ਗਏ 6, 2 ਕਿੰਨੇ ਆ ਗਏ ਆਪਣੇ ਕੋਲ 26। ਅੱਗੇ ਆਪਾਂ ਗੱਲ ਕਰਦੇ ਹਾਂ ਬਾਇਓ ਦੇ ਵਿੱਚ ਕਿੰਨੇ ਨੇ 38%। ਅਗਰ ਆਪਾਂ ਬਾਇਓ ਦੇ ਵਿੱਚ 38% ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਜੋੜੀਏ 15, 15 ਤੇ 7 22, 22 ਆਪਾਂ 38 ਦੇ ਵਿੱਚੋਂ ਮਾਈਨਸ ਕਰਦੇ ਹਾਂ। ਦੇਖੋ 15, 15 ਤੇ 7 ਕਿੰਨਾ ਹੁੰਦਾ 22। ਉਹਦੇ 38 ਦੇ ਵਿੱਚੋਂ ਅਗਰ ਆਪਾਂ ਮਾਈਨਸ ਕਰਦੇ ਹਾਂ 6 ਤਾਂ ਆਪਣੇ ਕੋਲ ਕਿੰਨੇ ਆ ਗਏ 16। ਇੱਥੇ ਕਿੰਨੇ ਆ ਗਏ ਆਪਣੇ ਕੋਲ 16। ਹੁਣ ਇਹਦੇ ਰਿਲੇਟਡ ਆਪਾਂ ਨੂੰ ਕੁਐਸਚਨ ਪੁੱਛੇ ਗਏ ਨੇ। ਆਪਣੇ ਕੋਲ ਜਿਹੜੀ ਪਜ਼ਲ ਸੀ ਉਹ ਇਸ ਤਰ੍ਹਾਂ ਬਣਨੀ ਸੀ, ਹਾਊ ਮੈਨੀ ਸਟੂਡੈਂਟ ਪਾਸ ਇਨ ਜੀਓਗ੍ਰਾਫੀ ਓਨਲੀ। ਜੀਓਗ੍ਰਾਫੀ ਦੇ ਵਿੱਚੋਂ ਓਨਲੀ ਕਿੰਨੇ ਪਾਸ ਹੋਇਆ, ਜੀਓਗ੍ਰਾਫੀ ਦੇ ਵਿੱਚੋਂ ਓਨਲੀ ਕਿੰਨੇ ਹੋਏ ਨੇ 28%। ਟੋਟਲ ਵਿਦਿਆਰਥੀ ਕਿੰਨੇ ਨੇ 300। 300 ਦਾ ਅਗਰ 28% ਦੇਖਣਾ ਹੋਵੇ ਬਟਾ ਕਿੰਨਾ ਲਾਵਾਂਗੇ ਆਪਾਂ 100 ਕੈਂਸਲ ਕਰਾਂਗੇ ਤਾਂ ਕਿੰਨਾ ਆ ਗਿਆ 24। ਕਿੰਨਾ ਆ ਗਿਆ ਆਪਣੇ ਕੋਲ 6 ਤੇ ਕਿੰਨਾ ਆ ਗਿਆ 84। ਤਾਂ ਆਨਸਰ ਕੀ ਹੋਊਗਾ ਆਪਣਾ B। ਆਨਸਰ ਕੀ ਆਊਗਾ ਆਪਣਾ ਇਹਦੇ ਵਿੱਚ B ਆਊਗਾ। ਅੱਗੇ ਦੇਖਦੇ ਆਪਾਂ फाइंड द रेशो फाइंड करनी ऑफ द स्टूडेंट। ਆਪਾਂ ਉਹ ਸਟੂਡੈਂਟ ਦੀ ਰੇਸ਼ੋ ਫਾइंड करनी पासिंग द जियोग्राफी ओनली। ਜਿਹੜੇ जियोग्राफी ਚੋਂ ओनली पास ਹੋਏ ਸੀ
ਐਂਡ ਟੂ ਦਾ ਸਟੂਡੈਂਟ ਪਾਸਿੰਗ ਇਨ ਦਾ ਬਾਇਓਲੋਜੀ, ਜਿਹੜਾ ਬਾਇਓਲੋਜੀ ਦੇ ਵਿੱਚੋਂ ਓਨਲੀ ਪਾਸ ਹੋਏ ਸੀ। ਆਪਾਂ ਦੇਖਿਆ ਜੀਓਗ੍ਰਾਫੀ ਦੇ ਵਿੱਚੋਂ ਆਪਣੇ 28% ਸੀ ਤੇ ਬਾਇਓਲੋਜੀ ਦੇ ਵਿੱਚੋਂ ਕਿੰਨੀ ਸੀ 16। ਇਹਦੀ ਵੀ 3 ਦੇ ਨਾਲ ਗੁਣਾ ਕੀਤੀ ਸੀ, ਇਹਦੀ ਵੀ 3 ਦੇ ਨਾਲ ਗੁਣਾ ਕੀਤੀ ਸੀ, ਕਿਉਂਕਿ ਟੋਟਲ 300 ਸੀ। 3 ਦੇ ਨਾਲ 3 ਕੈਂਸਲ ਹੋ ਜਾਊਗਾ। ਉਸ ਤੋਂ ਬਾਅਦ ਆਪਾਂ 4 ਤੇ ਕੈਂਸਲ ਕਰਾਂਗੇ 7, 4 ਤੇ ਕੈਂਸਲ ਕਰਾਂਗੇ ਤਾਂ ਕਿੰਨਾ ਆਊਗਾ 4। ਤਾਂ ਜਿਹੜਾ ਆਪਣੇ ਕੋਲੇ ਆਨਸਰ ਆਊਗਾ ਉਹ ਕਿੰਨਾ ਆਊਗਾ 7.7 ਅਨੁਪਾਤ 4, 7:4 ਉਹ ਆਪਣਾ ਆਨਸਰ ਆਊਗਾ। ਅਗਲਾ ਦੇਖਦੇ ਹਾਂ ਕਿ ਇਹ ਸਟੂਡੈਂਟ ਇਜ਼ ਡਿਕਲੇਅਰ ਪਾਸ ਇਨ ਦਾ ਐਗਜ਼ਾਮ ਓਨਲੀ ਇਫ ਹੀ ਸੀ ਕਲੀਅਰ ਐਟ ਲੀਸਟ 2 ਸਬਜੈਕਟ। ਕਿੰਨੇ ਵਿਦਿਆਰਥੀ ਦੀ ਗੱਲ ਕੀਤੀ ਹੈ ਜਿਹੜੇ ਬੱਚੇ ਓਨਲੀ ਐਟ ਲੀਸਟ 2 ਸਬਜੈਕਟ ਪਾਸ ਹੋਏ ਨੇ। ਵਟ ਵਾਜ ਦਾ ਨੰਬਰ ਆਫ ਸਟੂਡੈਂਟ ਇਨ ਡਿਕਲੇਅਰ, ਉਹ ਸਟੂਡੈਂਟ ਨੇ ਜਿਹੜੇ ਐਟ ਲੀਸਟ 2 ਸਬਜੈਕਟ ਚੋਂ ਪਾਸ ਹੋਏ ਨੇ। ਦੇਖੋ ਆਪਾਂ ਗੱਲ ਕਰੀਏ 2 ਸਬਜੈਕਟ ਦੇ ਵਿੱਚੋਂ ਆ ਵੀ 8 ਵੀ 2 ਦੇ ਵਿੱਚ ਹੋਇਆ, 6 ਵੀ 2 ਦੇ ਵਿੱਚ ਹੋਇਆ ਤੇ 7 ਵੀ 2 ਦੇ ਵਿੱਚ ਆਇਆ। ਐਟ ਲੀਸਟ 2 ਮਤਲਬ 2 ਦੇ ਵਿੱਚ ਹੋਣੇ ਚਾਹੀਦੇ ਸੀ, ਜੇ 3 ਚ ਹੋ ਜਾਣਗੇ ਤਾਂ ਉਹ ਵੀ ਆਪਾਂ ਉਹਦੇ ਵਿੱਚ ਐਡ ਕਰਾਂਗੇ। ਤਾਂ ਟੋਟਲ ਆਪਾਂ ਐਡ ਕਰਦੇ ਹਾਂ, ਕਿੰਨੇ ਹੋ ਗਏ ਆਪਣੇ ਕੋਲੇ 24 ਤੇ ਕਿੰਨੇ ਬਣ ਗਏ 30, ਕਿੰਨਾ ਗਾ 300 ਤਾਂ ਕਿੰਨਾ ਆ ਗਿਆ ਆਪਣੇ ਕੋਲ 90। ਤਾਂ ਉਹ ਸਟੂਡੈਂਟ ਕਿੰਨੇ ਹੋਣਗੇ ਆਪਣੇ ਕੋਲੇ 90। ਤਾਂ ਆਨਸਰ ਕੀ ਆਊਗਾ ਆਪਣੇ ਕੋਲੇ B ਵਾਲਾ ਆਨਸਰ ਆਊਗਾ। ਇਹਦਾ ਆਨਸਰ ਕੀ ਆਊਗਾ ਆਪਣੇ ਕੋਲੇ B ਦਾ। ਅੱਗੇ ਦੇਖਦੇ ਹਾਂ ਆਪਾਂ what is the ratio of the student who pass exactly 1 and exactly 2 subject। ਉਹ ਸਟੂਡੈਂਟਾਂ ਦੀ ਗੱਲ ਕਰਦੇ ਆ ਜਿਹੜੇ 2 ਦੇ ਵਿੱਚੋਂ ਪਾਸ ਹੋਏ ਤੇ ਐਗਜ਼ੈਕਟਲੀ 1 ਦੇ ਵਿੱਚ, ਐਗਜ਼ੈਕਟਲੀ 2 ਦੇ ਵਿੱਚੋਂ ਤੇ ਐਗਜ਼ੈਕਟਲੀ 1 ਦੇ ਵਿੱਚੋਂ ਪਾਸ ਹੋਏ ਸੀ। ਤਾਂ ਆਪਾਂ ਗੱਲ ਕਰੀਏ ਐਗਜ਼ੈਕਟਲੀ ਜਿਹੜੇ 2 ਦੇ ਵਿੱਚੋਂ ਪਾਸ ਹੋਏ ਨੇ, 8 ਵੀ 2 ਚ ਪਾਸ ਹੋਇਆ, 6 ਵੀ ਤੇ 7 ਜੋੜੀਏ ਤਾਂ ਕਿੰਨਾ ਬਣ ਗਿਆ 14 ਤੇ 7 21 ਸਟੂਡੈਂਟ ਹੋ ਗਏ। ਤੇ ਉਸ ਤੋਂ ਬਾਅਦ 1 ਦੇ ਵਿੱਚੋਂ ਗੱਲ ਕੀਤੀ ਹੈ ਤਾਂ ਉਹ 2 ਦੇ ਵਿੱਚੋਂ 1 ਦੇ ਵਿੱਚੋਂ ਕਿੰਨੇ ਪਾਸ ਹੋਏ, ਸਾਰਿਆਂ ਨੂੰ ਜੋੜੀਏ ਦੇ ਜੀਓਗ੍ਰਾਫੀ ਵਗੈਰਾ ਵਾਲੇ ਐਡ ਕਰਦੇ ਹਾਂ ਆਪਾਂ। ਕਰੀਏ 16 6 ਤੇ 6 12, 12 ਤੇ 8 20, 2 ਤੇ 2 4 ਤੇ 5, 5 ਤੇ 3 ਕਿੰਨਾ ਆ ਗਿਆ 7, 70 21 ਆ ਗਿਆ। ਅਨੁਪਾਤ ਦੇਖਣਾ 7 ਤੇ ਕੈਂਸਲ ਹੋਊਗਾ 10, 7 ਤੇ ਕੈਂਸਲ ਹੋਊਗਾ 3, ਤਾਂ ਆਪਣੇ ਕੋਲ ਕਿੰਨਾ ਆ ਗਿਆ 10 ਅਨੁਪਾਤ 3 ਆ ਗਿਆ। ਆਨਸਰ ਕਿੰਨਾ ਹੋਊਗਾ ਆਪਣੇ ਕੋਲੇ 10 ਅਨੁਪਾਤ 3। ਤਾਂ ਆਪਣੇ ਕੋਲੇ 10 ਅਨੁਪਾਤ 3 ਆਊਗਾ। ਤਾਂ 10 ਅਨੁਪਾਤ 3 ਕਿੰਨਾ ਹੋਊਗਾ C ਵਾਲਾ ਆਪਣੇ ਕੋਲੇ ਆਨਸਰ ਆਊਗਾ। ਅੱਗੇ ਕੁਐਸਚਨ ਦੇਖਦੇ ਆਪਾਂ ਜਿਹੜੇ ਆਪਣੇ ਕੋਲੇ DI ਸੀ ਮੈਥ ਦੀ DI ਉਹ ਲਗਭਗ ਸਾਰੀ ਹੀ ਠੀਕ ਸੀ ਕਿ ਬੱਚੇ ਉਹ ਕਰ ਸਕਦੇ ਸੀ। ਅੱਗੇ ਆਪਣੇ ਕੋਲੇ ਇੱਕ ਕੁਐਸਚਨ ਸੀ ਆਪਣੇ ਕੋਲੇ ਜਿਹੜਾ C ਹੈ ਜਿਹਦਾ ਸਰਕਲ, ਜਿਹੜਾ ਇੱਕ C ਆ ਉਹ ਇੱਕ ਸਰਕਲ ਬਣਿਆ ਹੋਇਆ ਹੈਗਾ ਵਿੱਚ ਰੇਡੀਅਸ ਕਿੰਨਾ ਗਾ, ਰੇਡੀਅਸ ਉਹ 0 ਤੋਂ ਗ੍ਰੇਟਰ ਉਹਦਾ ਜਿਹੜਾ ਰੇਡੀਅਸ ਉਹ 0 ਤੋਂ ਵੱਡਾ ਹੈਗਾ। ਅੱਗੇ ਦੇਖੋ ਉਹਦੇ ਰਿਲੇਟਡ ਆਪਾਂ ਨੂੰ ਕੁਐਸਚਨਸ ਸਟੇਟਮੈਂਟਾਂ ਸੀ ਉਹ ਦੇਖਣੀ ਸੀ ਕਿਹੜੀ ਆਪਣੀ ਸਹੀ ਹੋਊਗੀ ਤੇ ਕਿਹੜੀ ਗਲਤ ਹੋਊ, ਕਿਹੜਾ ਆਨਸਰ ਆਊਗਾ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਜਿਹੜਾ ਫਸਟ ਕਹਿੰਦੇ ਦ ਸਰਕਮਫਰੈਂਸ ਆਫ ਦਾ ਸਰਕਲ, C ਦਾ ਮਤਲਬ C ਕੀ ਸਰਕਲ ਆ, ਸਰਕਲ ਦਾ ਸਰਕਮਫਰੈਂਸ ਕੈਨ ਨੈਵਰ ਬੀ ਇਕੁਅਲ ਟੂ ਇਟਸ ਏਰੀਆ, ਕਹਿੰਦੇ ਉਹਦੇ ਏਰੀਆ ਦੇ ਇਕੁਅਲ ਨਹੀਂ ਹੋ ਸਕਦਾ। ਸਰਕਮਫਰੈਂਸ ਦਾ ਫਾਰਮੂਲਾ ਹੁੰਦਾ 2πr ਤੇ ਏਰੀਆ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ πr ਦੀ ਸਕੁਅਰ। ਪਾਈ ਦੇ ਨਾਲ ਪਾਈ ਕੈਂਸਲ ਹੋ ਗਈ 2r, ਠੀਕ ਆ। ਜੇ ਆਪਾਂ ਇੱਕ r ਦੇ ਨਾਲ r ਕੈਂਸਲ ਕਰਦੇ ਆ ਤਾਂ ਆਪਣੇ ਕੋਲ ਜੇ r ਆਪਣੇ ਕੋਲ 2 ਦੇ ਬਰਾਬਰ ਆ ਜੇ ਤਾਂ ਆਪਣਾ ਜਿਹੜਾ ਸਰਕਮਫਰੈਂਸ ਆ ਤੇ ਸਰਕਲ ਦਾ ਜਿਹੜਾ ਏਰੀਆ ਉਹ ਬਰਾਬਰ ਆ ਸਕਦਾ। ਦੇਖੋ ਮੰਨ ਲਓ ਸਰਕਲ ਦਾ ਜਿਹੜੀ r ਆ 2 ਆ ਤਾਂ ਆਪਾਂ ਦੇਖੋ ਸਰਕਮਫਰੈਂਸ ਵੈਲਿਊ ਕਿੰਨੀ ਭਰਾਂਗੇ 2 ਪਾਈ ਦੇਖੋ ਕੈਂਸਲ ਕਰਦੇ ਆ ਕਨਸਟੈਂਟ 2 ਆ ਗਿਆ। ਉਧਰ r ਦੀ ਸਕੁਅਰ ਹੈਗੀ 2 × 2 ਆ ਗਿਆ ਤਾਂ ਕਿੰਨਾ ਆ ਗਿਆ 4 ਆ ਗਿਆ, ਠੀਕ ਆ। ਇਹਨਾਂ ਨੇ ਕਿਹਾ ਕਹਿੰਦੇ ਵੀ ਨੈਵਰ ਕਦੇ ਨਹੀਂ ਹੋ ਸਕਦਾਗਾ ਜਦੋਂ r ਦੀ ਆਪਣੇ ਕੋਲ ਵੈਲਿਊ 2 ਹੋਗੀ, ਰੇਡੀਅਸ ਦੀ ਵੈਲਿਊ ਕਿੰਨੀ ਹੋਗੀ 2, ਤਾਂ ਉਸ ਟਾਈਮ ਆਪਣੇ ਕੋਲੇ ਸਰਕਲ ਦਾ ਸਰਕਮਫਰੈਂਸ ਤੇ ਸਰਕਲ ਦਾ ਆਪਣੇ ਕੋਲੇ ਜਿਹੜਾ ਏਰੀਆ ਹੁੰਦਾਗਾ ਉਹ ਬਰਾਬਰ ਹੁੰਦੇ ਆ। ਕਹਿੰਦੇ ਨੈਵਰ ਟੂ, ਇਹ ਗਲਤ ਸਟੇਟਮੈਂਟ ਹੋ ਸਕਦੀ ਹੈ। ਸੈਕਿੰਡ ਦੇ ਵਿੱਚ ਕੀ ਕਿਹਾਗਾ ਏਰੀਆ ਆਫ ਦਾ ਸੀ ਮਤਲਬ ਸਰਕਲ ਦਾ ਏਰੀਆ ਡੈਫੀਨੇਟਲੀ ਗ੍ਰੇਟਰ ਦੈਨ ਇਟ ਸਰਕਮਫਰੈਂਸ, ਕਹਿੰਦੇ ਹਮੇਸ਼ਾ ਡੈਫੀਨੇਟਲੀ ਕਹਿੰਦਾ ਪੱਕਾ ਕਹਿੰਦਾ ਜਿਹੜਾ ਸਰਕਲ ਦਾ ਏਰੀਆ ਉਹ ਸਰਕਮਫਰੈਂਸ ਤੋਂ ਕੀ ਹੁੰਦਾ ਗ੍ਰੇਟਰ ਹੁੰਦਾ। ਨਹੀਂ ਦੇਖੋ ਇਹਦੇ ਵਿੱਚ ਇਕੁਅਲ ਆ ਰਿਹਾ ਹੈਗਾ ਤਾਂ ਇਹ ਸਟੇਟਮੈਂਟ ਵੀ ਆਪਣੀ ਗਲਤ ਹੈ, ਠੀਕ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਟੇਟਮੈਂਟ D ਦੀ। ਦੇਖੋ ਸਟੇਟਮੈਂਟ D ਦੇ ਵਿੱਚ ਆਪਾਂ ਨੂੰ ਕਿਹਾ ਹੋਏਗਾ ਜਿਹੜੀ r ਹੈ ਉਹ ਕੀ ਆ ਜਾਂ ਤਾਂ ਗ੍ਰੇਟਰ ਦੈਨ ਜਾਂ 2 ਦੇ ਬਰਾਬਰ ਆ। ਜਦੋਂ 2 ਦੇ ਬਰਾਬਰ ਹੋਊਗੀ r ਤਾਂ ਆਪਣਾ ਸਰਕਮਫਰੈਂਸ ਤੇ ਏਰੀਆ ਕੀ ਹੋਊਗਾ ਬਰਾਬਰ ਹੋਊਗਾ, ਪਰ ਇਹਨਾਂ ਨੇ ਕੀਤਾ ਡੈਫੀਨੇਟਲੀ ਗ੍ਰੇਟਰ ਹੋਊਗਾ। ਨਹੀਂ ਜਦੋਂ ਆਪਾਂ r ਨੂੰ 2 ਦੇ ਬਰਾਬਰ ਲਵਾਂਗੇ ਤਾਂ ਆਪਣਾ ਬਰਾਬਰ ਵੀ ਹੋ ਸਕਦਾ। ਇਹ ਸਟੇਟਮੈਂਟ ਵੀ ਆਪਣੀ ਗਲਤ ਆ। ਇਹਦਾ ਆਨਸਰ ਕੀ ਆਊ ਆਪਣੇ ਕੋਲੇ C ਆਊਗਾ, ਠੀਕ ਆ। ਜੇ ਐਗਜ਼ੈਕਟਲੀ ਆਪਾਂ ਕੀ ਲੈਣੇ ਆ r ਦੀ ਵੈਲਿਊ 1 ਤੋਂ ਵੱਡੀ ਲੈ ਲੈਣੇ ਆ, 1 ਤੋਂ ਵੱਡੀ ਲਾਉਂਗੇ ਯਾਨੀ ਕਿ 2 3 3 4 5 ਲਈਏ, ਫਿਰ ਆਪਣੇ ਕੋਲ ਕੀ ਹੋਊਗਾ ਏਰੀਆ ਕੀ ਹੋਊਗਾ ਗ੍ਰੇਟਰ ਹੋਊਗਾ। ਤਾਂ ਆਪਣਾ ਜਿਹੜਾ ਆਨਸਰ ਆ ਉਹ C ਵਾਲਾ ਆਪਾਂ ਇਹਦੇ 'ਚ ਆਨਸਰ ਮਾਰਕ ਕਰਾਂਗੇ। ਅੱਗੇ ਦੇਖੋ ਆਪਣੇ ਕੋਲ ਕੁਐਸਚਨ ਹੈ
ਕਿ ਵਾਟਰ ਫਲੋਇੰਗ ਫਰੋਮ ਟੈਪ, ਇੱਕ ਪੈਪ ਵਿੱਚ ਪਾਣੀ ਫਲੋ ਹੋ ਰਿਹਾ ਹੈਗਾ ਕਨਸਟੈਂਟਲੀ ਰੇਟ, ਕਿੰਨੇ ਰੇਟ ਨਾਲ r ਲੀਟਰ ਪਰ ਮਿੰਟ, ਮਤਲਬ 1 ਮਿੰਟ ਦੇ ਵਿੱਚ 1 r ਲੀਟਰ ਭਰਿਆ ਜਾਂਦਾ ਹੈਗਾ। ਪੂਰਾ ਇੱਕ ਸਿਲੰਡਰੀਕਲ ਜਿਹੜਾ ਟੈਂਕ ਆ ਉਹ ਫਿਲ ਹੁੰਦਾ ਹੈਗਾ 6 ਮਿੰਟਾਂ ਦੇ ਵਿੱਚ, ਤਾਂ ਗੁਣਾ 6 ਕਰਤੀ। ਕਿੰਨੀ ਕਪੈਸਿਟੀ ਆ ਪਾਣੀ ਨੂੰ ਭਰਨ ਦੀ, ਜਿਹੜੀ ਕਪੈਸਿਟੀ ਉਹ ਹੈਗੀ ਆ r ਲੀਟਰ, ਕਿੰਨਾ ਟਾਈਮ ਲੱਗਦਾ ਹੈਗਾ 6 ਮਿੰਟ ਲੱਗਦੇ ਆ, ਤਾਂ ਟੋਟਲ ਕਿੰਨੀ ਭਰੀ ਜਾਊਗੀ, ਜਿਹੜੀ ਟੋਟਲ ਕਪੈਸਿਟੀ ਹੋਊਗੀ ਕਿੰਨੀ ਹੋਊਗੀ 6r ਹੋਊਗੀ, ਇਹ ਟੈਂਕੀ ਦੀ ਕਪੈਸਿਟੀ ਹੋਊਗੀ। ਠੀਕ ਆ, ਕਿੰਨੀ ਭਰਦੀ ਆ r ਲੀਟਰ ਭਰਦੀ ਆ ਕਿੰਨੇ ਟਾਈਮ ਦੇ ਵਿੱਚ 1 ਮਿੰਟ ਦੇ ਵਿੱਚ, ਤਾਂ 1 ਮਿੰਟ ਦੇ ਵਿੱਚ ਜੇ r ਲੀਟਰ ਭਰਦੀ ਆ ਤਾਂ ਕਿੰਨੇ ਟਾਈਮ ਦੇ ਵਿੱਚ ਫੁੱਲ ਟੈਂਕੀ ਭਰਦੀ ਆ 6 ਲੀਟਰ ਦੇ ਵਿੱਚ, ਤਾਂ ਜਿਹੜੀ ਟੈਂਕੀ ਦੀ ਜਿਹੜੀ ਕਪੈਸਿਟੀ ਹੋਊਗੀ ਉਹ ਕਿੰਨੀ ਹੋਊਗੀ 6r ਆ। ਇੱਥੋਂ ਹੋ ਗਿਆ। ਉਸ ਤੋਂ ਬਾਅਦ ਕਹਿੰਦੇ ਜੇ ਹੌਲ ਹੋ ਜੇ, ਇਹ ਹੌਲ ਇਜ਼ ਮੇਡ ਇਨ ਦਾ ਬੋਟਮ ਆਫ ਦਾ ਟੈਂਕ, ਟੈਂਕ ਦੇ ਬਾਟਮ ਤੇ ਕੀ ਹੋਇਆਗਾ ਹੌਲ ਹੋਇਆ ਹੋਇਆਗਾ, ਜਿਹਦੇ ਕਰਕੇ ਦਾ ਵਾਟਰ ਫਲੋ ਆਊਟ ਆਫ ਦਾ ਟੈਂਕ, ਟੈਂਕ ਦੇ ਵਿੱਚੋਂ ਜਿਹੜਾ ਵਾਟਰ ਬਾਹਰ ਨਿਕਲ ਰਿਹਾਗਾ, ਕਿਵੇਂ ਨਿਕਲ ਰਿਹਾਗਾ, ਇਹ ਐਟ ਕਨਸਟੈਂਟ ਰੇਟ, ਇੱਕ ਕਨਸਟੈਂਟ ਰੇਟ ਤੇ, ਕਿੰਨੇ ਰੇਟ ਦੇ 1/3 ਆਫ ਦਾ ਰੇਟ ਆਫ ਦਾ ਫਲੋ ਆਫ ਦਾ ਵਾਟਰ ਫਰੋਮ ਦਾ ਟੈਪ। ਕਹਿੰਦਾ ਜਿੰਨਾ ਪਾਈਪ ਦੇ ਵਿੱਚ ਪਾਣੀ ਆਉਂਦਾ ਉਹਦਾ 1/3 ਦੇ ਨਾਲ ਇੰਨਾ ਪਾਣੀ ਬਾਹਰ ਨਿਕਲ ਰਿਹਾਗਾ। ਵੈਨ ਦਾ ਟੈਂਕ ਗੈਟ ਫੁੱਲ, ਜਦੋਂ ਆਪਾਂ ਟੈਂਕ ਨੂੰ ਫੁੱਲ ਭਰਤਾ ਤਾਂ ਕੀ ਹੋ ਗਿਆ, ਦਾ ਹੋਲ ਗੈਟ ਸੀਲਡ ਆਟੋਮੈਟਿਕਲੀ, ਜਿਹੜਾ ਹੋਲ ਸੀ ਉਹ ਬੰਦ ਹੋ ਗਿਆ। ਇਫ ਦਾ ਟੈਂਕ ਇਜ਼ ਐਮਟੀ, ਜੇ ਕਹਿੰਦਾ ਟੈਂਕ ਐਮਟੀ ਟੂ ਵੀਗਨ ਸਟਾਰਟ ਕਰਤਾ ਅਗੇਨ ਵਿਦ ਦਾ ਵਾਟਰ ਸਟਾਰਟ ਫਲੋਇੰਗ ਟੂ ਦਾ ਟੈਂਕ, ਜਿਹੜੀ ਆਪਣੀ ਕੋਲ ਪਾਈਪ ਆ ਉਹਦੇ ਨਾਲ ਆਪਾਂ ਪਾਣੀ ਭਰਨਾ ਸ਼ੁਰੂ ਕਰਤਾ, ਤਾਂ ਜਿਹੜਾ ਪਰ ਲੀਟਰ r ਪਰ ਲੀਟਰ ਹੋਗੀ ਉਨੇ ਰੇਟ ਨਾਲ ਜਿੰਨੇ ਭਰ ਰਹੇ ਆ, ਇਹਨੂੰ ਹਾਊ ਲੌਂਗ ਵਿਲ ਟੇਕ ਟੂ ਦਾ ਟੈਂਕ ਟੂ ਬਿਕਮਸ ਫੁੱਲ, ਤਾਂ ਟੈਂਕ ਪੂਰਾ ਭਰਨ ਦੇ ਵਿੱਚ ਕਿੰਨਾ ਟਾਈਮ ਲੱਗੂਗਾ। ਹੁਣ ਦੇਖੋ ਆਪਾਂ ਟੈਂਕ ਦੀ ਜਿਹੜੀ ਕਪੈਸਿਟੀ ਉਹ ਕਿੰਨੀ ਆ ਗਈ ਆਪਣੇ ਕੋਲੇ 6r ਕਪੈਸਿਟੀ ਆ ਗਈ। ਜੇ ਆਪਣੇ ਕੋਲੇ 1/3 ਪਾਣੀ ਬਾਹਰ ਨਿਕਲ ਰਿਹਾਗਾ ਕਿਸੇ ਹੋਲ ਕਰਕੇ, ਤਾਂ ਹੁਣ ਕਪੈਸਿਟੀ ਰਹਿ ਕਿੰਨੀ ਗਈ 2r/3, ਟੋਟਲ 3 ਸੀ ਉਹਦੇ ਵਿੱਚੋਂ ਕਿੰਨੀ ਭਰਦੀ ਆ 2r/, ਤਾਂ ਦੇਖੋ ਕਪੈਸਿਟੀ ਕਿੰਨੀ ਹੈ ਟੈਂਕ ਦੀ 6r, ਪਰ ਕਿੰਨੀ ਰਹੀ ਆ 2r/3, ਕੈਂਸਲ ਕਰਾਂਗੇ r ਦੇ ਨਾਲ r ਕੈਂਸਲ ਹੋ ਗਈ, 3 ਉੱਪਰ ਮਲਟੀਪਲਾਈ ਕਰ 6 × 3/2 ਆ ਗਿਆ, ਕੈਂਸਲ ਕਰਾਂਗੇ 18 ਤੇ ਕਿੰਨਾ ਆ ਗਿਆ 9, ਤਾਂ ਕਿੰਨਾ ਟਾਈਮ ਲੱਗੂਗਾ 9 ਮਿੰਟ। B ਆਪਣਾ ਕੀ ਹੋਊਗਾ ਆਨਸਰ ਹੋਊਗਾ, ਆਪਣਾ ਆਨਸਰ ਕੀ ਹੋਊਗਾ B। ਅੱਗੇ ਦੇਖਦੇ ਆਪਾਂ, ਦੇਖੋ ਆ ਕੁਐਸਚਨ ਸੀ ਥੋੜਾ ਜਿਹਾ ਦੇਖੀਏ ਤਾਂ ਲੈਂਥੀ ਜਾਊਗਾ ਕੈਲਕੂਲੇਸ਼ਨ ਦੇ ਵਿੱਚ। ਆਪਾਂ ਨੂੰ ਕਿਹਾ ਹਰੇਸ਼ ਕੀ ਕਰਦਾ, ਇਨਵੈਸਟ ਕਰਦਾ, ਕਿੰਨੇ ਕੋਈ x ਰੁਪਏ ਇਨਵੈਸਟ ਕਰਦਾ, ਕਿੰਨੇ ਰੁਪਏ ਇਨਵੈਸਟ ਕਰਦਾ ਕੋਈ x ਰੁਪਏ ਜਿਹੜੇ ਆਪਾਂ ਇਨਵੈਸਟ ਕੀਤੇ ਨੇ ਇਹਦੇ ਵਿੱਚ RD ਫਿਕਸਡ ਡਿਪੋਜ਼ਿਟ ਕਰਦਾਗਾ, ਡੈਟ ਗਿਵਿੰਗ ਸਿੰਪਲ ਇੰਟਰਸਟ, ਸਿੰਪਲ ਇੰਟਰਸਟ ਤੇ ਕਿੰਨੇ ਪਰਸੈਂਟ ਤੇ 6% ਐਨੂਅਲੀ, ਕਿੰਨਾ ਪਰਸੈਂਟ ਲੱਗਦਾਗਾ 6% ਐਨੂਅਲੀ, ਤਾਂ 6% ਐਨੂਅਲੀ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ ਕਿੰਨਾਗਾ, ਜੇ ਆਪਾਂ 100 ਰੁਪਏ ਸੀ ਆਪਣੇ ਕੋਲ 100 ਰੁਪਏ ਆਪਾਂ ਜਮ੍ਹਾਂ ਕਰਾਏਗਾ ਸਿੰਪਲ ਇੰਟਰਸਟ ਤੇ, ਕਿੰਨਾ ਬਣ ਗਿਆ 1 ਸਾਲ ਬਾਅਦ 106 ਰੁਪਏ ਬਣ ਗਏ। ਫਿਰ ਕੀ ਕਹਿੰਦੇ ਸੀ ਇਨਵੈਸਟ ਹਾਫ ਆਫ ਦਾ ਅਮਾਊਂਟ ਗੈਟ ਟੂ ਐਂਡ ਆਫ ਦਾ ਫਸਟ ਈਅਰ ਐਂਡ ਅਦਰ ਇਜ਼ ਦਾ FD ਟੂ ਗਿਵ ਦਾ 5%। ਠੀਕ ਆ, ਇਹਦੇ ਵਿੱਚੋਂ ਕੀ ਕੀਤਾ, ਜੇ ਆਪਾਂ ਇਹਦਾ ਹਾਫ ਦੇਖੀ ਕਿੰਨਾ ਆ ਗਿਆ 53, ਇਹਦਾ ਹਾਫ ਕਿੰਨਾ ਆ ਗਿਆ ਆਪਣੇ ਕੋਲ 53। ਠੀਕ ਹੈ, ਹੁਣ ਉਹਦੇ ਚੋਂ ਕੀ ਕਹਿੰਦੇ ਆ 53 ਦਾ ਹਾਫ ਆਪਾਂ ਕੀ ਕਰਦੇ ਨੇ ਕਿ ਉਹ ਯੂਜ਼ ਕਰ ਲੈਂਦਾ ਕਦੇ 53 ਰਹਿ ਜਾਂਦਾ। ਹੁਣ ਆਪਾਂ ਇਹਨੂੰ ਦੇਖਾਂਗੇ ਤਾਂ ਆਪਣੇ ਕੋਲ ਪੁਆਇੰਟਾਂ ਚੱਲ ਜਾਣ, ਤਾਂ ਆਪਾਂ ਕੀ ਕਰ ਲਾਂਗੇ, ਜਿਹੜੀ ਆਪਣੀ ਇਨਵੈਸਟਮੈਂਟ ਆਪਾਂ ਕਹਿ ਦਾਂਗੇ 200 ਸੀ, ਜੇ ਆਪਣੇ ਕੋਲੇ 200 ਇਨਵੈਸਟਮੈਂਟ ਸੀ 6% ਲੱਗੂਗਾ ਆਪਣੇ ਕੋਲ, ਕਿੰਨਾ ਲੱਗੂਗਾ 6%, ਤਾਂ 6% ਆਪਣੇ ਕੋਲ ਕਿੰਨਾ ਆਊਗਾ 212 ਆ ਗਿਆ, 6% ਕਿੰਨਾ ਆ ਗਿਆ 212, 6% ਦਾ 212 ਦਾ ਆਪਾਂ ਹਾਫ ਦੀ ਗੱਲ ਕਰੀਏ ਤਾਂ ਆਪਣੇ ਕੋਲ ਹਾਫ ਦੀ ਗੱਲ ਕਰੀਏ, ਹਾਫ ਆਪਣੇ ਕੋਲ ਕਿੰਨਾ ਰਹੂਗਾ 200%, 212 ਦਾ ਹਾਫ ਪਰਸੈਂਟ ਕਿੰਨਾ 106 ਰਹੂਗਾ। ਠੀਕ ਆ, ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਕਿ ਇਹਦਾ ਆਪਾਂ ਹਾਫ ਦੇਖੀਏ, ਹਾਫ ਆਪਣੇ ਕੋਲ ਕਿੰਨਾ ਹੋਊਗਾ, ਉਹ ਵੀ ਆਪਣੇ ਕੋਲ ਕਿੰਨਾ ਹੋਊਗਾ 106। ਠੀਕ ਹੈ, ਆਪਾਂ ਜਿਹੜੀ ਅਮਾਉਂਟ ਇਨਵੈਸਟ ਕੀਤੀ ਸੀ x ਨੂੰ ਆਪਾਂ ਮੰਨ ਲਿਆ 200 ਆਪਾਂ ਤਾਂ ਮੰਨਿਆ, ਪਹਿਲਾਂ ਆਪਾਂ 100 ਮੰਨਿਆ ਸੀ, ਜਦੋਂ ਆਪਾਂ 53 ਨੂੰ ਡਿਵਾਈਡ ਕਰਦੇ ਆਪਣੇ ਕੋਲੇ ਪੁਆਇੰਟਾਂ ਚਲਾ ਜਾਣਾ ਸੀ, ਪੁਆਇੰਟਾਂ ਤੋਂ ਬਚਣ ਲਈ ਆਪਾਂ ਕੀ ਕੀਤਾ 200 ਮੰਨ ਲਿਆ ਕਿ ਆਪਾਂ 200 ਇਨਵੈਸਟ ਕੀਤਾ ਸੀ 6% ਤੇ ਕੀਤਾਗਾ ਸਿੰਪਲ ਇੰਟਰਸਟ, ਤਾਂ ਸਾਲ ਬਾਅਦ ਕਿੰਨਾ ਹੋ ਗਿਆ ਆਪਣੇ ਕੋਲ 212 ਬਣ ਗਿਆ, ਉਹਦਾ ਹਾਫ ਆਪਾਂ ਕਿੰਨਾ ਬਣ ਗਿਆ 106, ਫਿਰ ਵੀ ਆਪਣਾ ਉਹਦਾ ਅਗਲਾ ਹਾਫ ਕਿੰਨਾ ਬਣ ਗਿਆ 106। ਹੁਣ ਜਿਹੜਾ ਆਪਾਂ ਦੇ ਕੋਲ ਹਾਫ ਆ ਉਹਨੂੰ ਆਪਾਂ ਇਨਵੈਸਟ ਕਰਤਾ 5% ਤੇ, ਇਹਨੂੰ ਕਰਤਾ ਆਪਾਂ 5% ਤੇ, ਜਿਹੜਾ ਦੂਸਰਾ ਸੀ ਆਪਣੇ ਕੋਲੇ ਹਾਫ ਉਹਦਾ ਆਪਾਂ ਹਾਫ ਯੂਜ਼ ਕਰ ਲਿਆ, ਦੇਖੋ ਹਾਫ ਕੀ ਕਰ ਲਿਆ ਆਪਾਂ ਯੂਜ਼ ਕਰ ਲਿਆ, ਇਹਦਾ 53% ਤਾਂ ਆਪਾਂ ਕੀ ਕਰ ਲਿਆ ਯੂਜ਼ ਕਰ ਲਿਆ, ਐਂਡ ਹੋ ਗਿਆ ਖਤਮ ਹੋ ਗਿਆ, ਇਹਦਾ ਆਪਾਂ ਖਰਚ ਲਿਆ, ਤਾਂ ਆਪਣੇ ਕੋਲ ਕਿੰਨਾ ਰਹੇਗਾ 53। ਠੀਕ ਆ, 53 ਨੂੰ ਆਪਾਂ ਕਿਤੇ ਇਨਵੈਸਟ ਕੀਤਾਗਾ, 53 ਨੂੰ ਆਪਾਂ ਕੀਤਾਗਾ 3% ਤੇ, ਕਿੰਨੇ ਪਰਸੈਂਟ ਤੇ ਕੀਤਾਗਾ 3% ਤੇ ਆਪਾਂ ਇਨਵੈਸਟ ਕੀਤਾ,
ਜਿਹੜਾ ਆਪਣੇ ਕੋਲ 53 ਨੂੰ ਕਿੰਨੇ ਤੇ ਕੀਤਾ 3% ਤੇ ਇਨਵੈਸਟ ਕੀਤਾ। ਤਾਂ ਕਿੰਨੇ ਬਚੇ ਨੇ ਉਹਦੇ ਕੋਲ ਟੋਟਲ 99,534। ਹੁਣ ਆਪਣੇ ਕੋਲ ਕਿੰਨੇ ਬਚਦੇ ਨੇ, ਆਪਣੇ ਕੋਲ 106 ਬਚਦੇ ਸੀ, 5% ਇੰਟਰਸਟ ਹੋ ਗਿਆ ਤਾਂ ਕਿੰਨਾ ਇਹਦਾ 105% ਵਟਾ 100 ਪਲੱਸ ਕੀਤਾ ਆਪਾਂ ਅੱਗੇ ਪਲੱਸ ਆਪਣੇ ਕੋਲ ਕਿੰਨੇ ਬਚਿਆ 53 ਦਾ ਆਪਾਂ ਕਿੰਨਾ ਦੇਖਣਾ ਹੈਗਾ 3% ਇੰਟਰਸਟ ਦਾ ਕਿੰਨਾ ਬਣ ਗਿਆ ਗੁਣਾ 103 ਵਟਾ ਕਿੰਨਾ ਆ ਗਿਆ 100 ਆ ਗਿਆ। ਠੀਕ ਆ, ਹੁਣ ਦੇਖੀਏ ਆਪਾਂ ਇਹਦੇ ਵਿੱਚੋਂ ਕਾਮਨ ਕੱਢ ਲੈਂਦੇ ਆ। ਕਾਮਨ ਆਪਣੇ ਕੋਲ 100 ਕਾਮਨ ਆ ਗਿਆ ਤੇ 53 ਕਾਮਨ ਆ ਗਿਆ। 53 ਵਟਾ 100 ਵਿੱਚ ਕੀ ਰਹਿ ਗਿਆ ਆਪਣੇ ਕੋਲ, ਦੇਖੋ ਇੱਥੇ ਕਿੰਨਾ 106 ਤਾਂ 2 ਰਹਿ ਗਿਆ ਤਾਂ ਮਲਟੀਪਲਾਈ ਕਰਾਂਗੇ ਕਿੰਨਾ ਬਣ ਗਿਆ 210 ਪਲੱਸ ਕਿੰਨਾ ਆ ਗਿਆ 53 ਆਪਣੇ ਕੋਲ ਕਾਮਨ ਨਿਕਲ ਗਿਆ ਤਾਂ ਆਪਣੇ ਕੋਲ ਕਿੰਨਾ ਰਹਿ ਜਾਊਗਾ 103। 53 ਆਪਾਂ ਕਾਮਨ ਲਿਆ, 53 ਚੋਂ ਵੀ ਕਾਮਨ ਕੱਢਿਆ, 53 ਚੋਂ ਵੀ ਇੱਕ ਬਚ ਗਏ 2 ਜੋੜਾਂਗੇ ਆਪਣੇ ਕੋਲੇ 153 ਬਟਾ ਕਿੰਨਾ ਆ ਗਿਆ 100 ਆ ਕਿੰਨਾ ਆ ਗਿਆ ਆਪਣੇ ਕੋਲੇ 313। ਠੀਕ ਹੈ, ਮਲਟੀਪਲਾਈ ਇਹ ਕਿਹਦੇ ਬਰਾਬਰ ਰਹਿ ਗਿਆ ਆਪਣੇ ਕੋਲੇ 99,504। ਹੁਣ ਦੇਖੋ ਆਪਾਂ ਨੂੰ ਕੈਂਸਲ ਕਰਦੇ ਆਂ ਤੇ ਇਹਨੂੰ 313 ਤੇ 53 ਤੇ ਪਹਿਲਾਂ ਆਪਾਂ ਕੈਂਸਲ ਕਰਨਾ ਹੈ। 53 ਦੇ ਆਪਣੇ ਕੋਲ ਕੈਂਸਲ ਹੋਊਗਾ ਤਾਂ ਆਪਣੇ ਕੋਲ ਕਿੰਨਾ ਆ ਗਿਆ 18 ਕਿੰਨਾ ਆ ਗਿਆ 78 ਆ ਗਿਆ। ਫਿਰ ਹੁਣ ਆਪਾਂ ਕੀ ਕਰਦੇ ਆਂ 313 ਤੇ 3 ਗੁਣਾ ਕਰਾਂਗੇ 6 ਨਾਲ 1800 13 ਸੇ 78 ਹੁੰਦਾ ਤਾਂ ਆਪਣੇ ਕੋਲ ਕਿੰਨਾ ਆ ਗਿਆ 6 ਤਾਂ ਉਧਰ ਆਪਾਂ 100 ਨੂੰ ਮਲਟੀਪਲਾਈ ਕਰਾਂਗੇ ਤਾਂ ਇੱਕ ਪਾਰਟ ਕਿਹਦੇ ਬਰਾਬਰ ਆ ਗਿਆ ਆਪਣੇ ਕੋਲੇ 600 ਦੇ ਬਰਾਬਰ ਆ ਗਿਆ। ਇੱਕ ਪਾਰਟ ਕਿਹਦੇ ਬਰਾਬਰ ਆ ਗਿਆ ਆਪਣੇ ਕੋਲੇ 600 ਦੇ ਬਰਾਬਰ ਆ ਗਿਆ। ਇੱਕ ਪਾਰਟ 600 ਦੇ ਆਪਾਂ ਕਿੰਨੇ ਮੰਨਿਆ ਸੀ x ਨੂੰ 200 ਪਾਰਟ ਤਾਂ 200 ਪਾਰਟ ਗੁਣਾ ਕਿੰਨਾ ਹੋਊਗਾ 2 ਗੁਣਾ 600 ਤਾਂ ਕਿੰਨਾ ਹੋਊਗਾ 1,20,000। ਇਹਦਾ ਜਿਹੜਾ ਆਨਸਰ ਆਊਗਾ ਆਪਣੇ ਕੋਲ 1,20,000 ਹੋਊਗਾ। ਸੀ ਵਾਲਾ ਆਪਣਾ ਕੀ ਆਊਗਾ ਆਨਸਰ ਹੋਊਗਾ। ਇਹਦੇ ਵਿੱਚ ਜਿਹੜਾ ਆਪਣਾ ਆਨਸਰ ਹੋਊਗਾ ਉਹ ਕਿਹੜਾ ਹੋਊਗਾ ਸੀ ਵਾਲਾ। ਇਹ ਥੋੜਾ ਜਿਹਾ ਕੈਲਕੂਲੇਸ਼ਨ ਵਾਲਾ ਸਵਾਲ ਸੀ ਆਪਣੇ ਕੋਲ, ਕੈਲਕੂਲੇਸ਼ਨ ਸੀ ਤੋਂ ਆਪਾਂ ਕਾਮਨ ਲੈ ਕੇ ਕੱਟ ਕੇ ਆਪਾਂ ਇੱਕ ਪਾਰਟ ਤੇ ਪਹੁੰਚਣਾ ਸੀ। ਹਾਂਜੀ, ਥੈਂਕ ਯੂ ਵੀਡੀਓ ਦੇਖਣ ਲਈ ਤੇ ਵੱਧ ਤੋਂ ਵੱਧ ਵੀਡੀਓ ਨੂੰ ਕੀ ਕਰਨਾ ਤੁਸੀਂ ਲਾਈਕ ਕਰਨਾਗਾ ਤੇ ਸ਼ੇਅਰ ਕਰਨਾਗਾ। ਉਸ ਤੋਂ ਬਾਅਦ ਜਿੰਨੇ ਵੀ ਆਪਣੇ ਪੇਪਰ ਹੋ ਰਹੇ ਨੇ ਪੰਜਾਬ ਦੇ, ਜਿਵੇਂ ਹੁਣ SSSB ਕਲਰਕ ਆ ਰਹੇਗਾ ਉਹਦੇ ਪੇਪਰ ਦੇ ਲਈ ਵੀ ਆਪਾਂ ਮੈਰਾਥਨ ਕਲਾਸਿਸ ਲੈ ਕੇ ਆਵਾਂਗੇ ਔਰ ਜਿੰਨੇ ਵੀ ਪੇਪਰ ਆ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਰਹਾਂਗੇ ਕਿ ਕਿਸ ਤਰ੍ਹਾਂ ਦੇ ਆਪਣਾ ਪੇਪਰ ਦਾ ਲੈਵਲ ਸੀ। ਹੁਣ ਜੇ ਆਪਾਂ ਗੱਲ ਕਰੀਏ ਜਿਹੜਾ ਆਪਣਾ ਪੇਪਰ ਦਾ ਲੈਵਲ ਸੀ ਇਹਦੇ ਲਈ ਆਪਾਂ ਇੱਕ ਛੋਟੀ ਜਿਹੀ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਆਪਾਂ ਇਹਦੀ ਕੱਟ ਆਫ ਨੂੰ ਡਿਸਕਸ ਕਰਾਂਗੇ। ਤੇ ਵੀਡੀਓ ਦੇਖਣ ਲਈ ਥੈਂਕ ਯੂ।